ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ। ਸ੍ਰੀ ਹਰਿ ਗੋਬਿੰਦ ਚੰਦ ਜੀ ਬਿਰਹਿ ਬਿਧਿ ਚੰਦ ਪਾਏ। ਬਹੁ ਉਦਾਸ ਉਰ ਮੈਂ ਰਹੈ ਭੇਵ ਨ ਕਛੂ ਜਨਾਏ। ਸ੍ਰੀ ਹਰਿ ਗੋਬਿੰਦ ਚੰਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਅੰਤਰਜਾਮੀ ਸੁੱਖਾਂ ਦੇ ਸਾਗਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਲੋਕ ਪ੍ਰਲੋਕ ਦੇ ਦਾਤੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀਓ, ਸਤਿਗੁਰੂ ਜੀ ਨੇ ਕਿਰਪਾ ਦਇਆ ਮਾਇਆ ਬਖਸ਼ਿਸ਼ ਸਾਡੇ ਉੱਤੇ ਕੀਤੀ ਹੈ। ਸਾਨੂੰ ਆਪਣੀ ਹਾਜ਼ਰੀ ਵਿੱਚ ਬੈਠਣ ਦਾ ਸੁਭਾਗ ਭਰਿਆ ਸਮਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਪੰਚਮ ਗੁਰਦੇਵ ਜੀ ਦੇ ਇਸ ਪਾਵਨ ਪਵਿੱਤਰ ਸਥਾਨ ਉੱਤੇ ਬੈਠ ਕਰਕੇ ਸਤਿਗੁਰੂ ਜੀ ਦੇ ਮਹਾਨ ਪਵਿੱਤਰ ਪਾਵਨ ਦਰਸ਼ਨ ਦੀਦਾਰੇ ਆਪ ਜੀ ਕਰ ਰਹੇ ਹੋ। ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਗੁਰੂ ਸਵਾਰੇ ਰਾਗੀ ਸਿੰਘਾਂ ਦੇ ਪਾਸੋਂ ਆਪ ਜੀਆਂ ਨੇ ਸਰਵਣ ਕੀਤਾ ਹੈ। ਆਓ ਕੁਝ ਸਮਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਸ ਸਤਿਗੁਰੂ ਜੀ ਦੀ ਵਡਿਆਈ ਦੀ ਵਿਚਾਰ ਕਰਨੀ ਹੈ। ਜਿੰਨੀਆਂ ਵੀ ਸੰਗਤਾਂ ਆਪ ਜੀ ਮਗਰ ਮਗਰ ਬੈਠੇ ਹੋ, ਪਿੱਛੇ ਪਿੱਛੇ ਬੈਠੇ ਹੋ, ਭਾਈ ਬੇਨਤੀ ਹੈ, ਕਥਾ ਦਾ ਸਮਾਂ ਹੋ ਗਿਆ। ਆਓ ਉੱਠ ਕੇ ਅੱਗੇ ਆ ਕੇ ਬੈਠੋ ਜਿੱਥੇ ਚਾਦਰਾਂ ਵਿਛੀਆਂ ਨੇ। ਮਹਾਰਾਜ ਸਤਿਗੁਰੂ ਜੀ ਦੀ ਕਥਾ ਸੁਣੋ, ਗੁਰੂ ਘਰ ਦਾ ਜਸ ਸੁਣੋ, ਸਤਿਗੁਰੂ ਜੀ ਦਾ ਇਤਿਹਾਸ ਸਰਵਣ ਕਰੋ। ਧੰਨ ਧੰਨ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਵੱਡੇ ਦਾਤੇ ਬਖਸ਼ਿੰਦ ਸੱਚੇ ਪਾਤਸ਼ਾਹ ਮਹਾਰਾਜ। ਸਤਿਗੁਰੂ ਜੀ ਦੀ ਕਥਾ ਚੱਲ ਰਹੀ ਹੈ, ਆਪ ਜੀ ਨੇ ਸਰਵਣ ਕੀਤਾ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਹੁਤ ਪਿਆਰੇ ਗੁਰਸਿੱਖ, ਮਹਾਨ ਕਰਨੀ ਤੇ ਕਮਾਈ ਵਾਲੇ ਗੁਰੂ ਕੇ ਸਿੱਖ ਬਾਬਾ ਜੀ ਬਾਬਾ ਬਿਧੀ ਚੰਦ ਸਾਹਿਬ ਜੀ। ਬਾਬਾ ਜੀ ਦੇ ਨਾਲ ਜਿੰਨੇ ਸ਼ਰਧਾ ਵਾਲੇ ਪਿਆਰ ਵਾਲੇ ਵਿਸ਼ਲੇਸ਼ਣ ਲਾਈਏ ਗੁਰਮੁਖੋ, ਉਹ ਉਹਨਾਂ ਦੇ ਜੀਵਨ ਉੱਤੇ ਢੁੱਕ ਜਾਂਦੇ ਆ। ਬਾਬਾ ਜੀ ਨੇ ਸਤਿਗੁਰੂ ਜੀ ਦੀਆਂ ਬਹੁਤੀਆਂ ਹੀ ਖੁਸ਼ੀਆਂ ਲਈਆਂ। ਬਾਬਾ ਬਿਧੀ ਚੰਦ ਜੀ ਨੇ ਇੱਥੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਬਿਧੀ ਚੰਦ ਜੀ ਨੂੰ ਵਡਿਆਈ ਦਿੱਤੀ ਹੈ ਕਿ ਤੋਰ ਮੋਰ ਮਹਿ ਭੇਦ ਕਿਛ ਨਾਹੀ। ਤੇਰੇ ਵਿੱਚ ਤੇ ਮੇਰੇ ਵਿੱਚ ਫਰਕ ਕੋਈ ਵੀ ਨਹੀਂ ਹੈਗਾ, ਕੋਈ ਵੀ ਫਰਕ ਨਹੀਂ ਹੈਗਾ ਜੀ। ਤੋਰ ਮੋਰ ਮਹਿ, ਜੇ ਕਹਿੰਦੇ ਨਾ ਭੇਦ ਨਾਹੀ, ਫੇਰ ਸੀ ਵੀ ਫਰਕ ਨਹੀਂ ਹੈਗਾ। ਪਰ ਕਿਤੇ ਇੱਕ ਅੱਧੀ ਗੱਲ ਦੀ ਗੁੰਜਾਇਸ਼ ਰਹਿ ਜਾਂਦੀ ਹੈ। ਪਰ ਮਹਾਰਾਜ ਨੇ ਕਿਹਾ ਤੋਰ ਮੋਰ ਮਹਿ ਭੇਦ ਕਿਛ ਨਾਹੀ। ਤੁਹਾਡੇ ਵਿੱਚ ਤੇ ਸਾਡੇ ਵਿੱਚ ਕੋਈ ਵੀ ਫਰਕ ਨਹੀਂ ਹੈਗਾ। ਬਾਬਾ ਬਿਧੀ ਚੰਦ ਜੀ ਨੇ ਬਚਨ ਕੀਤਾ ਸੀ ਸੁੰਦਰ ਸ਼ਾਹ ਫਕੀਰ ਦੇ ਨਾਲ। ਉਹ ਬਚਨ ਪੂਰਾ ਕਰਨ ਵਾਸਤੇ ਬਾਬਾ ਜੀ ਸਤਿਗੁਰੂ ਜੀ ਦੀ ਆਗਿਆ ਲੈ ਕੇ ਦੇਵਪੁਰ ਨਗਰ ਯੂਪੀ ਦੇ ਵਿੱਚ ਅਯੋਧਿਆ ਲਾਗੇ ਗਏ ਹੈ। ਸੁੰਦਰ ਸ਼ਾਹ ਫਕੀਰ ਉੱਥੇ ਬਾਬਾ ਜੀ ਨੂੰ ਉਡੀਕ ਰਿਹਾ ਸੀ। ਦੋਵਾਂ ਦਾ ਸਮਾਂ ਇੱਕ ਸੀ ਸਰੀਰ ਤਿਆਗਣ ਦਾ। ਆਪ ਇੱਕ ਪਹਿਰ ਪਹਿਲਾਂ ਹੀ ਇਸ਼ਨਾਨ ਕਰਕੇ ਦੋਵੇਂ ਬੈਠ ਗਏ ਆ। ਮਹਾਰਾਜ ਦੇ ਗੁਣ ਗਾਏ, ਮਹਾਰਾਜ ਦੀਆਂ ਵਡਿਆਈਆਂ ਕੀਤੀਆਂ, ਬਾਣੀ ਦਾ ਪਾਠ ਕੀਤਾ। ਉਹਦੇ ਤੋਂ ਬਾਅਦ ਧੰਨ ਮਹਾਰਾਜ ਸਤਿਗੁਰੂ ਜੀ ਦਾ ਧਿਆਨ ਧਾਰ ਕੇ ਦੋਵੇਂ ਗੁਰੂ ਕੇ ਪਿਆਰੇ ਲੰਮੇ ਪੈ ਗਏ ਆ ਆਰਾਮ ਦੀ ਦਿਸ਼ਾ ਵਿੱਚ।
ਬਹੁਤ ਸਹਜੇ ਜੇ ਗੁਰਮੁਖੋ ਫਿਰ ਦੋਵਾਂ ਨੇ ਸਰੀਰ ਛੱਡ ਦਿੱਤਾ ਜੀ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਬਾਬਾ ਬਿਧੀ ਚੰਦ ਜੀ ਨੇ ਸਰੀਰ ਤਿਆਗਿਆ। ਸੁੰਦਰ ਸ਼ਾਹ ਫਕੀਰ ਨੂੰ ਨਾਲ ਹੀ ਬਾਬਾ ਜੀ ਸੱਚਖੰਡ ਵਿੱਚ ਲੈ ਕੇ ਗਏ ਹੈ, ਕਿਉਂਕਿ ਬਚਨ ਹੋਇਆ ਸੀ ਜਦੋਂ ਸੱਚਖੰਡ ਜਾਵਾਂਗੇ ਤੈਨੂੰ ਨਾਲ ਲੈ ਕੇ ਜਾਵਾਂਗੇ। ਸਾਧ ਸੰਗਤ ਜੀ, ਜਿਹੜੇ ਰੱਬੀ ਪਿਆਰੇ ਮਹਾਂਪੁਰਖ ਹੁੰਦੇ ਆ ਨਾ, ਉਹ ਬਚਨਾਂ ਦੇ ਬੜੇ ਪੂਰੇ ਹੁੰਦੇ ਆ। ਸਾਡੇ ਵਰਗਾ 100 ਗੱਲਾਂ ਕਰਕੇ 100 ਵਾਰੀ ਮੁੱਕਰ ਜੇਗਾ। ਪਰਮੇਸ਼ਰ ਦੇ ਪਿਆਰੇ ਐਸੇ ਨਹੀਂ ਹੁੰਦੇ। ਸੂਰ ਬੀਰ ਬਚਨ ਕੇ ਬਲੀ। ਬਾਬਾ ਬਿਧੀ ਚੰਦ ਜੀ ਨੇ ਜੋ ਬਚਨ ਕੀਤਾ, ਆਪਣੇ ਗੁਰੂ ਦੀ, ਆਪਣੇ ਮਾਲਕ ਦੀ ਕਿਰਪਾ ਦੇ ਨਾਲ ਉਸ ਬਚਨ ਨੂੰ ਬਾਬਾ ਬਿਧੀ ਚੰਦ ਜੀ ਨੇ ਸਫਲਿਆਂ ਕੀਤਾ। ਬਾਬਾ ਬਿਧੀ ਚੰਦ ਜੀ ਨੇ ਉਸ ਬਚਨ ਨੂੰ ਪੂਰਾ ਕੀਤਾ। ਸੋ ਹੁਣ ਆਪਾਂ ਅੱਗੋਂ ਕਥਾ ਸਰਵਣ ਕਰੀਏ। ਬਾਬਾ ਜੀ ਦੇ ਸਰੀਰ ਦਾ ਸੰਸਕਾਰ ਕਰ ਦਿੱਤਾ ਉਸ ਨਗਰ ਦੇ ਲੋਕਾਂ ਨੇ, ਔਰ ਸੁੰਦਰ ਸ਼ਾਹ ਫਕੀਰ ਦੇ ਸਰੀਰ ਨੂੰ ਦਫਨਾ ਦਿੱਤਾ। ਇੱਥੋਂ ਤੱਕ ਕਥਾ ਹੋਈ ਸੀ। ਆਓ ਹੁਣ ਅੱਗੋਂ ਕਥਾ ਸਰਵਣ ਕਰੀਏ। ਪਿਆਰ ਨਾਲ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਨਾ ਹੈ। ਫਿਰ ਬੇਨਤੀ ਹੈ ਮਾਈਆਂ ਨੂੰ, ਮਾਵਾਂ ਨੂੰ, ਭੈਣਾਂ ਨੂੰ, ਭਾਈਆਂ ਨੂੰ, ਜਿਹੜੇ ਭਾਈ ਮਗਰ ਮਗਰ ਬੈਠੇ ਹੋ, ਆਓ ਪਿੱਛੋਂ ਉੱਠੋ, ਉਦਮ ਕਰੋ, ਆਲਸ ਦਾ ਤਿਆਗ ਕਰੋ, ਉਦਮ ਕਰਕੇ ਅੱਗੇ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਬੈਠੋ। ਪਿਆਰ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ। ਸ੍ਰੀ ਹਰਿਗੋਬਿੰਦ ਚੰਦ ਜੀ ਬਿਰਹਿ ਬਿਧੀ ਚੰਦ ਪਾਏ। ਧੰਨ ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਬਾਬਾ ਬਿਧੀ ਚੰਦ ਜੀ ਨੇ ਸਰੀਰ ਤਿਆਗ ਦਿੱਤਾ ਨਾ, ਗੁਰਮੁਖੋ ਫਿਰ ਪਿਆਰਿਆਂ ਦੇ ਜਾਣ ਦਾ ਦੁੱਖ ਤਾਂ ਹੁੰਦਾ ਹੀ ਹੈ। ਘਰ ਵਿੱਚੋਂ ਕੋਈ ਨਖਿੱਧ ਜਿਹਾ ਬੰਦਾ ਵੀ ਸਰੀਰ ਤਿਆਗ ਦਵੇ, ਉਹਦਾ ਵੀ ਦੁੱਖ ਮਨਾਉਂਦੇ ਆ ਅਸੀਂ। ਤੇ ਧੰਨ ਬਾਬਾ ਬਿਧੀ ਚੰਦ ਜੀ ਬ੍ਰਹਮ ਗਿਆਨੀ ਗੁਰੂ ਕੇ ਮਹਾਨ ਸਿੱਖ। ਬਾਬਾ ਜੀ ਦੇ ਸਰੀਰ ਤਿਆਗਣ ਦੇ ਉੱਤੇ ਉਹਨਾਂ ਦੀ ਜਿਹੜੀ ਘਾਟ ਹੈ ਉਹ ਸਤਿਗੁਰਾਂ ਨੂੰ ਮਹਿਸੂਸ ਹੁੰਦੀ ਹੈ ਜੀ। ਮਹਾਰਾਜ ਜੀ ਬਹੁਤ ਮਹਿਸੂਸ ਕਰਦੇ ਹਨ। ਬਹੁ ਉਦਾਸ ਉਰ ਮੈਂ ਰਹੈ, ਭੇਵ ਨ ਕਛੂ ਜਨਾਏ। ਚਿੱਤ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਹ ਖੁਸ਼ੀ ਨਹੀਂ ਵਰਤਾਉਂਦੇ ਜਿਹੜੀ ਪਹਿਲਾਂ ਹੁੰਦੀ ਸੀ। ਬਾਬਾ ਬਿਧੀ ਚੰਦ ਜੀ ਮਹਾਰਾਜ ਦੇ ਸਿੱਖ ਵੀ ਸਨ ਤੇ ਸਤਿਗੁਰਾਂ ਦੇ ਸੱਜਣ ਵੀ ਸਨ ਜੀ। ਮਹਾਰਾਜ ਆਪਣੇ ਮਨ ਦੇ ਬਚਨ ਜਿਹੜੇ ਆ ਉਹ ਬਾਬਾ ਬਿਧੀ ਚੰਦ ਜੀ ਦੇ ਨਾਲ ਕਰਦੇ ਹੁੰਦੇ ਸਨ। ਮਹਾਰਾਜ ਸਤਿਗੁਰੂ ਜੀ ਹੁਣ ਉਹ ਖੁਸ਼ੀ ਨਹੀਂ ਵਰਤਾਉਂਦੇ ਜਿਹੜੀ ਪਹਿਲਾਂ ਵਰਤਦੀ ਹੈ। ਮਨ ਵਿੱਚ ਉਦਾਸੀਨਤਾ ਹੈ ਔਰ ਇਸ ਗੱਲ ਦਾ ਭੇਦ ਕਿਸੇ ਨੂੰ ਨਹੀਂ ਦਿੰਦੇ ਵੀ ਇਹ ਸਭ ਕੁਝ ਕਿਉਂ ਹੈ। ਚਉਪਈ ਲਾਲ ਚੰਦ ਕੋ ਰਾਖੈ ਪਾਸਾ। ਹਾਂ, ਲਾਲ ਚੰਦ ਨੂੰ ਮਹਾਰਾਜ ਆਪਣੇ ਕੋਲ ਰੱਖਦੇ, ਬਾਬਾ ਬਿਧੀ ਚੰਦ ਜੀ ਦੇ ਪੁੱਤਰ ਨੂੰ, ਕਿਉਂਕਿ ਬਾਬਾ ਜੀ ਆਪਣੇ ਪੁੱਤ ਦੀ ਬਾਂਹ ਜੂ ਫੜਾ ਕੇ ਗਏ ਆ। ਲਾਲ ਚੰਦ ਨੂੰ ਬਾਬਾ ਜੀ ਆਪਣੇ ਪਾਸ ਰੱਖਦੇ, ਆਪਣੇ ਕੋਲ ਰੱਖਦੇ ਨੇ। ਬਹੁ ਭਾਤਨ ਤੇ ਦੇਤ ਦਲਾਸਾ। ਤੇ ਹਰ ਤਰ੍ਹਾਂ ਦੇ ਨਾਲ ਦਿਲਾਸਾ ਦਿੰਦੇ ਆ, ਕਿਉਂਕਿ ਪੁੱਤ ਨੂੰ ਵੀ ਪਿਤਾ ਦੀ ਕਮੀ ਤਾਂ ਮਹਿਸੂਸ ਹੁੰਦੀ ਹੈ, ਪਰ ਹਰ ਤਰ੍ਹਾਂ ਦੇ ਨਾਲ ਬਾਬਾ ਲਾਲ ਚੰਦ ਜੀ ਨੂੰ ਦਿਲਾਸਾ ਦੇ ਕੇ ਸੱਚੇ ਪਾਤਸ਼ਾਹ ਜੀ ਆਪਣੇ ਪਾਸ ਰੱਖਦੇ ਹਨ। ਬਿਧੀ ਚੰਦ ਪਾਸੇ ਦਸਤਾਰ। ਹਾਂ, ਬਾਬਾ ਬਿਧੀ ਚੰਦ ਜੀ ਤੋਂ ਬਾਅਦ ਪਰਿਵਾਰ ਦੀ ਜ਼ਿੰਮੇਵਾਰੀ ਦੀ ਜਿਹੜੀ ਦਸਤਾਰ ਹੈ, ਬੰਧਵਾਈ ਮ੍ਰਿਦ ਬਾਕੇ ਉਚਾਰ। ਉਹ ਮਹਾਰਾਜ ਨੇ ਬੜੇ ਮਿੱਠੇ ਬੋਲ ਬੋਲ ਕੇ ਲਾਲ ਚੰਦ ਦੇ ਸਿਰ ਉੱਤੇ ਬਣਵਾਈ। ਪਰਿਵਾਰਾਂ ਦਾ ਦਸਤੂਰ ਹੈ ਸੰਗਤ ਜੀ, ਵੱਡੇ ਪੁੱਤ ਨੂੰ ਪੱਗ ਵੱਜਦੀ ਹੈ ਜਾਂ ਕਿਸੇ ਯੋਗ ਪੁੱਤਰ ਨੂੰ ਪੱਗ ਵੱਜਦੀ ਹੈ।
ਬਾਬਾ ਜੀ ਦੀ ਜਿਹੜੀ ਪੱਗ ਹੈ ਉਹ ਫਿਰ ਲਾਲ ਚੰਦ ਨੂੰ ਬੱਝੀ ਹੈ। ਤਿਸ ਬਿਧ ਹੀ ਦੀਨਸ ਵਡਿਆਈ। ਮਹਾਰਾਜ ਉਵੇਂ ਹੀ ਵਡਿਆਈ ਦਿੰਦੇ ਜਿਵੇਂ ਬਾਬਾ ਬਿਧੀ ਚੰਦ ਜੀ ਨੂੰ ਦਿੰਦੇ ਸਨ। ਉਵੇਂ ਹੀ ਪਿਆਰ ਭਾਈ ਬਾਬਾ ਲਾਲ ਚੰਦ ਜੀ ਨੂੰ ਕਰਦੇ ਹਨ। ਲੈ ਹਰਖਿਓ ਗੁਰ ਸੇਵ ਕਮਾਈ। ਤੇ ਬਾਬਾ ਲਾਲ ਚੰਦ ਜੀ ਮਹਾਰਾਜ ਸਤਿਗੁਰਾਂ ਦੇ ਚਰਨਾਂ ਵਿੱਚ ਰਹਿ ਕੇ ਬੜੇ ਖੁਸ਼ ਹੁੰਦੇ ਆ, ਦਸਤਾਰ ਲੈ ਕੇ ਖੁਸ਼ ਹਨ। ਮਹਾਰਾਜ ਸਤਿਗੁਰਾਂ ਨੇ ਵਡਿਆਈ ਜੋ ਬਖਸ਼ਿਸ਼ ਕੀਤੀ ਹੈ। ਕਰਨਕਾਰ ਪਰ ਤਿਸ ਹੀ ਲਾਇਓ। ਹਾਂ, ਜਿਉ ਕਾਰਜ ਬਾਬਾ ਬਿਧੀ ਚੰਦ ਜੀ ਕਰਦੇ ਸੀ ਨਾ, ਮਾਇਆ ਦਾ ਹਿਸਾਬ ਕਿਤਾਬ ਰੱਖਣਾ, ਕਿਹੜੀ ਵਸਤੂ ਚਾਹੀਦੀ ਹੈ, ਬਾਬਾ ਬਿਧੀ ਚੰਦ ਜੀ ਮਹਾਰਾਜ ਦੇ ਦੀਵਾਨ ਸਨ ਜੀ। ਸਾਰੀ ਜ਼ਿੰਮੇਵਾਰੀ ਮਾਇਆ ਦਾ ਕੰਟਰੋਲ, ਮਾਇਆ ਆਉਣੀ ਜਾਣੀ ਵਰਤਣੀ, ਉਸੇ ਕਾਰਜ ਤੇ ਹੀ, ਉਸੇ ਪਦਵੀ ਤੇ ਹੀ ਮਹਾਰਾਜ ਨੇ ਬਾਬਾ ਜੀ ਦੇ ਪੁੱਤਰ ਬਾਬਾ ਲਾਲ ਚੰਦ ਜੀ ਨੂੰ ਲਾਇਆ ਹੈ। ਬੜੇ ਮਸੰਦਨ ਸੰਗ ਮਿਲਾਇਓ। ਵੱਡੀ ਵਡਿਆਈ ਦੇ ਦਿੱਤੀ ਵੱਡੇ ਮਸੰਦਾਂ ਦੇ ਵਿੱਚ। ਵੱਡੇ ਮਸੰਦਾਂ ਦੀਆਂ ਉਮਰਾਂ ਵੱਡੀਆਂ ਨੇ ਤੇ ਬਾਬੇ ਲਾਲ ਚੰਦ ਦੀ ਉਮਰ ਛੋਟੀ ਹੈ, ਪਰ ਮਹਾਰਾਜ ਕਰਨ ਕਾਰਨ ਪਤਿਤ ਪਾਵਨ ਜਾਣੀ ਜਾਣ ਸਤਿਗੁਰੂ ਬਾਬੇ ਲਾਲ ਚੰਦ ਨੂੰ ਵੱਡੀ ਵਡਿਆਈ ਬਖਸ਼ਿਸ਼ ਕੀਤੀ ਹੈ। ਏਕ ਦਿਵਸ ਸ੍ਰੀ ਹਰਗੋਬਿੰਦ। ਹੁਣ ਅੱਗੋਂ ਸਾਖੀ ਬਦਲਦੀ ਹੈ। ਇੱਕ ਦਿਨ ਮੇਰੇ ਪੀਰੀ ਦੇ ਮਾਲਕ ਸਤਿਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਹੁੰਚ ਉਪਬਨ ਪਿਖਨ ਬਿਲੰਦ। ਮਹਾਰਾਜ ਗਰੀਬ ਨਵਾਜ ਇੱਕ ਬਾਗ ਵਿੱਚ ਪਹੁੰਚੇ ਜੀ। ਉਹ ਬਾਗ ਅੱਜ ਵੀ ਹੈ ਗੁਰਮੁਖੋ, ਜਿੱਥੇ ਮਹਾਰਾਜ ਦਾ ਘਰ ਹੈ ਨਾ, ਸਤਵੇਂ ਪਾਤਸ਼ਾਹ ਦਾ ਜਨਮ ਸਥਾਨ, 8ਵੇਂ ਪਾਤਸ਼ਾਹ ਦਾ ਵੀ ਲਾਗੇ ਹੀ ਬਾਗ ਹੈ। ਮਹਾਰਾਜ ਉਸ ਬਾਗ ਵਿੱਚ ਗਏ ਆ, ਬਾਗ ਵੇਖਣ ਵਾਸਤੇ, ਸੈਰ ਕਰਨ ਲਈ। ਨਾਲ ਕੁਝ ਗੁਰਸਿੱਖ ਨੇ ਸਤਿਗੁਰੂ ਜੀ ਦੇ। ਹਾਂਜੀ, ਖੜੇ ਜਹਾਂ ਬਹੁ ਤਰਵਰ ਜਾਤੀ। ਹਾਂ, ਉੱਥੇ ਕਈ ਜਾਤਾਂ ਦੇ, ਕਈ ਤਰ੍ਹਾਂ ਦੇ ਰੁੱਖ ਖਲੋਤੇ ਹੋਏ ਸਨ ਜੀ। ਕਈ ਤਰ੍ਹਾਂ ਦੇ ਰੁੱਖ ਖਲੋਤੇ ਸਨ। ਚੰਬਕ ਰਾਏ ਬੇਲ ਬਹੁ ਭਾਂਤੀ। ਚੰਬੇਲੀ ਦਾ, ਰਾਏ ਬੇਲ ਦਾ, ਹੋਰ ਬੜੇ ਤਰ੍ਹਾਂ ਦੇ ਰੁੱਖ ਉਸ ਬਾਗ ਵਿੱਚ ਬਾਬਾ ਗੁਰਦਿੱਤਾ ਜੀ ਨੇ ਲਵਾਏ ਸਨ। ਸਾਧ ਸੰਗਤ ਜੀ, ਹਾਂਜੀ, ਆਰੂ ਅਮਰੂਦ ਤਰ ਅੰਬ। ਹਾਂਜੀ, ਆੜੂ ਦੇ ਰੁੱਖ ਲੱਗੇ ਸਨ, ਅਮਰੂਦ ਦੇ ਰੁੱਖ ਲੱਗੇ ਸਨ, ਅੰਬਾਂ ਦੇ ਰੁੱਖ ਲੱਗੇ ਸਨ। ਨਿੰਬੂ ਕਦਲੀ ਖਰੇ ਕਤੰਬ। ਫਿਰ ਨਿੰਬੂ ਕਦਲੀ ਕਹਿੰਦੇ ਕੇਲੇ ਦੇ ਰੁੱਖ ਨੂੰ, ਕੇਲੇ ਦੇ ਰੁੱਖ ਵੀ ਲੱਗੇ ਸਨ। ਤੇ ਨਾਲ ਦੀ ਨਾਲ ਸਾਧ ਸੰਗਤ ਜੀ ਐਨ ਕਦੰਬ, ਇਹ ਵੀ ਰੁੱਖ ਦਾ ਨਾਮ ਹੈ। ਐਸੇ ਵੱਡੇ ਵੱਡੇ ਰੁੱਖ ਲੱਗੇ ਸਨ। ਧਾਰਮ ਸਿਓ ਫਾਰਸੇ ਖਿਰਨੀ। ਹਾਂ, ਫਿਰ ਸੇਬਾਂ ਦੇ ਰੁੱਖ ਲੱਗੇ ਸਨ ਜੀ। ਬੜੇ ਬੜੇ ਫਾਲਸਿਆਂ ਦੇ ਰੁੱਖ ਸਨ। ਫੂਲਨ ਡਾਰੀ ਬਹੁ ਬਿਦ ਬਰਨੀ। ਤੇ ਬੜੇ ਬੜੇ ਫੁੱਲ ਲੱਗੇ ਸੀ ਬਾਗ ਵਿੱਚ। ਹੁਣ ਤਾਂ ਸ਼ਹਿਰ ਵਿੱਚ ਇਹੋ ਜਿਹੇ ਬਾਗ ਲੱਭਣੇ ਔਖੇ ਨੇ। ਜੇ ਕੋਈ ਬਾਗ ਹੋਏਗਾ ਤੇ ਇਕੱਠਾ ਹੀ ਅਮਰੂਦਾਂ ਦਾ ਬਾਗ ਹੋਏਗਾ, ਕਿੱਲੇ ਇੱਕ 'ਚ ਅਮਰੂਦ ਹੀ ਲੱਗੇ ਹੋਣਗੇ। ਮਹਾਰਾਜ ਨੇ ਕਈ ਤਰ੍ਹਾਂ ਦੇ ਰੁੱਖ ਲਵਾਏ ਸਨ ਉਸ ਬਾਗ ਵਿੱਚ। ਕਠਲ ਬਠਲ ਨੌਰੰਗੀ ਸੁੰਦਰ। ਹਾਂ, ਨੌਰੰਗੀ, ਸਿਆਣੇ ਬਜ਼ੁਰਗ ਬੈਠੇ, ਉਹਨਾਂ ਨਰੰਗੀ ਵੇਖੀ ਹੋਏਗੀ। ਐਨ ਛੋਟਾ ਜਿਹਾ ਨਿੰਬੂ ਵਰਗਾ ਇੱਕ ਫਲ ਹੁੰਦਾ ਜੀ। ਕੋਇਲ ਜਿਹੜੀ ਹੈ ਨਾ, ਉਹ ਨਰੰਗੀ ਖਾਂਦੀ ਸਾਧ ਸੰਗਤ ਜੀ। ਸੋ ਨਰੰਗੀ ਲਵਾਈ ਹੈ, ਕਠਲ ਬੱਠਲ, ਇਹ ਵੀ ਰੁੱਖਾਂ ਦੇ ਨਾਮ ਹਨ। ਇਤਿਆਦਿਕ ਤਰ ਉਪਬਨ ਅੰਦਰ। ਇਸ ਤਰ੍ਹਾਂ ਬੜੇ ਬੜੇ ਰੁੱਖ ਸਤਿਗੁਰਾਂ ਨੇ ਉਸ ਬਾਗ ਵਿੱਚ ਲਵਾਏ। ਅਸਲ 'ਚੋਂ ਬਾਬਾ ਗੁਰਦਿੱਤਾ ਜੀ ਨੇ ਬਾਗ ਲਵਾਇਆ ਸੀ ਨਾ ਇਹ। ਹਾਂਜੀ, ਰਾਏ ਜੋਧ ਅਰ ਭਾਨਾ ਸੰਗ। ਸਤਿਗੁਰੂ ਗਰੀਬ ਨਵਾਜ ਬਾਗ ਵਿੱਚ ਜਾ ਰਹੇ ਨੇ ਤੇ ਮਹਾਰਾਜ ਦੇ ਨਾਲ ਕਾਂਗੜਪੁਰ ਦਾ ਰਾਜਾ ਰਾਏ ਜੋਧ ਵੀ ਹੈ। ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ
ਬਾਬਾ ਭਾਨਾ ਜੀ ਉਹ ਵੀ ਸਤਿਗੁਰਾਂ ਦੇ ਨਾਲ ਹਨ। ਵਹਿਰ ਉਤਰ ਤਜ ਦਏ ਤੁਰੰਗ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਫਿਰ ਵਹਿਰ ਉਤਰ ਤਜ ਗਏ ਤੁਰੰਗ। ਮਹਾਰਾਜ ਨੇ ਬਾਹਰ ਹੀ ਘੋੜੇ ਛੱਡੇ ਜੀ, ਬਾਗ ਦੇ ਅੰਦਰ ਨਹੀਂ ਲੈ ਕੇ ਗਏ, ਕਿਉਂਕਿ ਬਾਗ ਤਾਂ ਸੈਰ ਵਾਸਤੇ ਸੀ ਨਾ, ਉੱਥੇ ਘੋੜਿਆਂ ਦਾ ਕੰਮ ਕੀ ਸੀਗਾ। ਇਸ ਕਰਕੇ ਘੋੜੇ ਬਾਹਰ ਹੀ ਮਹਾਰਾਜ ਨੇ ਲਗਾ ਦਿੱਤੇ ਹਨ, ਬਾਹਰ ਹੀ ਖੜੇ ਕਰ ਦਿੱਤੇ ਹਨ। ਅੰਤਰ ਬਰੇ ਤਰੋਵਰ ਹੇਰੈ, ਮਹਾਰਾਜ ਹੁਣ ਆਪ ਸਹਿਜੇ ਸਹਿਜੇ ਤੁਰ ਰਹੇ ਹੈ। ਬਾਬਾ ਭਾਨਾ ਜੀ, ਰਾਏ ਜੋਧ ਜੀ, ਲਾਲ ਚੰਦ ਜੀ, ਹੋਰ ਗੁਰਸਿੱਖ ਸਤਿਗੁਰਾਂ ਦੇ ਨਾਲ ਹਨ। ਸਹਿਜੇ ਸਹਿਜੇ ਛੇਵੇਂ ਪਾਤਸ਼ਾਹ ਬਾਗ 'ਚ ਤੁਰ ਰਹੇ ਨੇ ਤੇ ਲੱਗੇ ਹੋਏ ਰੁੱਖ ਵੇਖ ਰਹੇ ਹਨ। ਹਾਂਜੀ, ਪੁਸ਼ਪ ਪੁਸ਼ਪ ਪਰ ਦ੍ਰਿਸ਼ਟੀ ਪ੍ਰੇਰੈ, ਵਾਹ ਵਾਹ ਵਾਹ। ਫਿਰ ਮਹਾਰਾਜ ਫੁੱਲਾਂ ਨੂੰ ਵੇਖ ਰਹੇ ਤੇ ਕੱਲੇ ਕੱਲੇ ਫੁੱਲ ਵੱਲ ਵੇਖ ਰਹੇ ਹੈ। ਕੁਝ ਖੇਡਾਂ ਅੰਦਰ ਦੀਆਂ ਨੇ ਗੁਰਮੁਖੋ, ਉਹ ਕੱਲਾ ਕੱਲਾ ਫੁੱਲ ਹੈ ਤਾਂ ਸਾਰੇ ਜੀਵਤ ਨੇ ਨਾ, ਜੀਵਤ ਵਿੱਚ ਆਉਂਦੇ, ਜੀਵਤ ਸ਼੍ਰੇਣੀ ਚ ਆਉਂਦੇ ਆ। ਮਾਨੋ ਕੱਲਾ ਕੱਲਾ ਫੁੱਲ ਵੀ ਖੁਸ਼ ਹੋਏਗਾ, ਅੱਜ ਸਾਡੇ ਉੱਤੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦ੍ਰਿਸ਼ਟੀ ਪਾ ਰਹੇ ਹੈ। ਫੁੱਲ, ਰੁੱਖ, ਬੂਟੇ, ਮਾਨੋ ਇਹ ਵੀ ਖੁਸ਼ ਨੇ ਸਾਰੇ। ਜਦੋਂ ਮਹਾਰਾਜ ਬਾਗ ਵੇਖ ਰਹੇ ਆ, ਕੱਲੇ ਕੱਲੇ ਫੁੱਲ ਉੱਤੇ ਸਤਿਗੁਰੂ ਜੀ ਦ੍ਰਿਸ਼ਟੀ ਪਾਉਂਦੇ ਹੋਏ ਜਾ ਰਹੇ ਹਨ। ਕਰੈ ਸਰਾਹਨ ਇਹ ਬਾਰ ਬਿਕਸਿਓ, ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨਾ ਫਿਰ ਉਹਨਾਂ ਦੀ ਸਿਫਤ ਕਰਦੇ ਆ। ਹਾਂਜੀ, ਕਰੈ ਸਰਾਹਨ ਇਹ ਬਰ ਬਿਗਸਿਓ। ਜਿਹੜਾ ਫੁੱਲ ਬਹੁਤਾ ਖਿੜਿਆ ਹੁੰਦਾ, ਮਾਰ ਕਹਿੰਦੇ ਵੇਖੋ ਭਾਨਾ ਜੀ ਕਿੰਨਾ ਖਿੜਿਆ ਹੋਇਆ, ਕਹਿਣ ਲੱਗੇ। ਹਾਂਜੀ, ਇਸ ਕੋ ਟੌਰ ਉਚੇਰੇ ਨਿਕਸਿਓ, ਤੇ ਫਿਰ ਮਹਾਰਾਜ ਕਹਿਣ ਲੱਗੇ ਵੇਖੋ ਇਹਦਾ ਸਿੱਟਾ ਕਿੱਡਾ ਉੱਚਾ ਨਿਕਲਿਆ ਹੈ। ਹਾਂਜੀ, ਇਸ ਕੋ ਸੁੰਦਰ ਵਰਨ ਵਿਸਾਲਾ, ਫਿਰ ਮਹਾਰਾਜ ਕਹਿੰਦੇ ਵੇਖੋ ਇਹਦਾ ਰੰਗ ਕਿੱਡਾ ਸੋਹਣਾ, ਕਿਸੇ ਦਾ ਸਿੱਟਾ ਉੱਚਾ ਨਿਕਲਿਆ, ਕਿਸੇ ਦਾ ਰੰਗ ਸੋਹਣਾ ਲੱਗਦਾ ਹੈ। ਇਹ ਆਛੋ ਸੋ ਹੈ ਵਿੱਚ ਮਾਲਾ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਵੀ ਇਹਨਾਂ ਫੁੱਲਾਂ ਦਾ ਹਾਰ ਬਣੇ, ਇਹ ਫੁੱਲ ਫੱਬਣਗੇ, ਇਹ ਫੁੱਲਾਂ ਦੇ ਹਾਰ ਬਣਨ, ਇਹ ਫੁੱਲ ਮਾਲਾ ਵਿੱਚ ਫੱਬਦੇ ਹਨ। ਚਾਰ ਪਾਂਖਰੀ ਇਸ ਕੀ ਸੋਹਤ, ਮਹਾਰਾਜ ਕਹਿੰਦੇ ਵੇਖੋ ਇਹਦੀ ਚਾਰ ਪਾਂਖਰੀ ਹੈ, ਇਹਦੀਆਂ ਪੰਖੜੀਆਂ ਕਿੱਡੀਆਂ ਸੋਹਣੀਆਂ ਹਨ, ਕਿੰਨੀਆਂ ਫੱਬਦੀਆਂ ਹਨ। ਆਕ੍ਰਿਤ ਮਹਾ ਬਣੀ ਮਨ ਮੋਹਤ, ਇੱਕ ਫੁੱਲ ਤਾਂ ਬਹੁਤਾ ਹੀ ਸੋਹਣਾ ਖਿੜਿਆ ਸੀ। ਮਹਾਰਾਜ ਉਹਦੇ ਵੱਲ ਵੇਖ ਕੇ ਕਹਿੰਦੇ ਵਾਹ ਵਾਹ, ਪਰਮੇਸ਼ਰ ਨੇ ਕਿੱਡਾ ਸੋਹਣਾ ਇਹਨੂੰ ਬਣਾਇਆ, ਕਹਿਣ ਲੱਗੇ। ਉਸ ਫੁੱਲ ਨੂੰ ਵੇਖ ਕੇ ਮਹਾਰਾਜ ਸਤਿਗੁਰੂ ਜੀ ਬੜੇ ਹੀ ਪ੍ਰਸੰਨ ਹੋਣ, ਬਹੁਤ ਖੁਸ਼ ਹੋਣ। ਸ੍ਰੀ ਹਰਿ ਰਾਏ ਸੋ ਕਸ਼ਕ ਪਸ਼ੇਰੇ, ਤੇ ਮਹਾਰਾਜ ਦੇ ਪੋਤਰਾ ਸਾਹਿਬ ਸ੍ਰੀ ਹਰਿ ਰਾਏ ਦੀ ਉਮਰ ਹੋਏਗੀ 16-17 ਦੇ ਨੇੜੇ। ਉਹ ਕੁਝ ਫਰਕ ਤੇ ਸਨ ਮਹਾਰਾਜ ਦੇ, ਉਹ ਥੋੜਾ ਪਿੱਛੇ ਰਹਿ ਗਏ। ਉਤੇ ਤਰੰਗ ਪੰਥ ਕੇ ਨੇਰੇ, ਹਾਂ, ਉਹ ਘੋੜਿਆਂ ਵਾਲੇ ਰਸਤੇ ਤੇ ਹੀ ਸਨ। ਹਾਂਜੀ, ਰੁਕਿਓ ਪੌਰ ਉਪਬਨ ਕੋ ਤਬੈ, ਉਹਨਾਂ ਵੇਖਿਆ ਵੀ ਮਹਾਰਾਜ ਦੇ ਘੋੜੇ ਜਿਹੜੇ ਆ, ਨਾਲ ਮਹਾਰਾਜ ਦਾ ਘੋੜਾ, ਨਾਲ ਦੇ ਗੁਰਸਿੱਖਾਂ ਦੇ ਘੋੜੇ ਬਾਗ ਦੇ ਬਾਹਰ ਉਤਰੇ ਹਨ, ਰੁਕੇ ਹਨ। ਕਹਿ ਕਰ ਕੀਨੇ ਬਰਜਨ ਸਭੈ, ਤੇ ਵੀ ਜ਼ਰੂਰ ਮਹਾਰਾਜ ਇੱਥੇ ਹੋਣਗੇ। ਹਾਂਜੀ, ਸਗਰੇ ਮਗਤ ਦੂਰ ਹਟਾਏ, ਹਾਂਜੀ, ਸਗਰੇ ਮਗਤੇ ਦੂਰ ਹਟਾਏ, ਤੇ ਹਾਂ ਵੇਖਿਆ ਵੀ ਮਹਾਰਾਜ ਨੇ ਬਾਗ ਦੇ ਰਸਤੇ ਤੋਂ ਪਰਾਂ ਹੀ ਰੱਖੇ ਆ ਘੋੜੇ। ਹਾਂਜੀ, ਤਬੈ ਪਰਵੇਸ਼ਨ ਕੋ ਚਲ ਆਏ, ਫੇਰ ਕੀ ਸੀ, ਹਰ ਰਾਏ ਜੀ ਨੇ ਵੀ ਆਪਣਾ ਘੋੜਾ ਜਿਹੜਾ ਪਾਸੇ ਕਰਤਾ ਤੇ ਆਪ ਬਾਗ ਦੇ ਰਸਤੇ ਪੈ ਗਏ।
ਬਾਗ ਵਿੱਚ ਪ੍ਰਵੇਸ਼ ਹੋਣ ਲੱਗੇ ਅਲਪ ਬੈਸ ਮਹਿ ਲਖ ਘਰ ਸਾਰੇ। ਤੇ ਨਾਲ ਦੇ ਗੁਰਸਿੱਖ ਵੇਖਦੇ ਵੀ ਮਹਾਰਾਜ ਦੇ ਪੋਤਰਾ ਸਾਹਿਬ ਨੇ, ਚਿਹਰੇ ਤੇ ਬੜਾ ਟਿਕਾਊ, ਬੜਾ ਰਸ, ਬੜਾ ਜਲਾਲ, ਛੋਟੀ ਉਮਰ ਹੈ ਇਹਨਾਂ ਦੀ। ਹਾਂਜੀ, ਲਰੈ ਨਾ ਹੈ ਇਤ ਉਤੈ ਨਿਵਾਰੇ। ਹਾਂ, ਲਰਹੇ ਨਾ ਹੈ ਇਤ ਉਤ ਹੈ ਨਿਵਾਰੇ। ਸਾਧ ਸੰਗਤ ਜੀ, ਉਹ ਸਾਰੇ ਹਰ ਰਾਏ ਜਿਹਨੂੰ ਛੋਟੀ ਉਮਰ ਦਾ ਜਾਣ ਕੇ ਤੇ ਫਿਰ ਘੋੜੇ ਪਰਾਂ ਕਰ ਦਿੱਤੇ ਵੀ ਕਿਤੇ ਆਪਸ ਵਿੱਚ ਸਾਰੇ ਘੋੜੇ ਖਹਿ ਨਾ ਪੈਣ। ਰਸ਼ਕ ਦਾਸ ਜਨੋ ਕੇ ਸੰਗ। ਨਾਲ ਦਾਸ ਵੀ ਸਨ ਬਾਹਰ ਖਲੋਤੇ ਹੋਏ। ਉਤੇ ਅਰੋਹਨ ਬਲੀ ਤੁਰੰਗ। ਉਹ ਫਿਰ ਬਾਹਰ ਘੋੜਿਆਂ ਦੇ ਰਾਖੇ ਬਣ ਗਏ, ਬਾਹਰ ਘੋੜਿਆਂ ਦੀ ਰਾਖੀ ਕਰਨ ਲੱਗ ਪਏ। ਜਾਂ ਤੇ ਸਭ ਕੋ ਦਏ ਹਟਾਏ। ਤੇ ਇਸ ਕਰਕੇ ਉਹਨਾਂ ਨੇ ਫਿਰ ਲਾਗੋਂ ਸਾਰਿਆਂ ਨੂੰ ਪਰਾਂ ਕਰ ਦਿੱਤਾ। ਭਾਈ ਸਤਿਗੁਰਾਂ ਦੇ ਘੋੜੇ ਆ, ਇੱਧਰ ਨਹੀਂ ਕਿਸੇ ਆਉਣਾ। ਉਤਰੇ ਆਪ ਤਬਹਿ ਹਰ ਰਾਏ। ਤੇ ਹਰ ਰਾਏ ਜੀ ਵੀ ਉਤਰ ਕੇ ਆਪ ਫਿਰ ਬਾਗ ਦੇ ਰਸਤੇ ਨੂੰ ਪੈ ਗਏ। ਛਤ ਪਾਲਨ ਕੋ ਸੂਖਮ ਜਾਮਾ। ਤੇ ਵਾਹ ਵਾਹ, ਹਰ ਰਾਏ ਸਾਹਿਬ ਜੀ ਮਹਾਰਾਜ ਦੇ ਪੋਤਰੇ ਬਾਗ ਦੇ ਰਸਤੇ ਨੂੰ ਤਾਂ ਪੈ ਗਏ। ਜਿਹੜਾ ਚੋਲਾ ਪਾਇਆ ਸੀ ਨਾ, ਉਹ 100 ਕਲੀਆਂ ਵਾਲਾ ਚੋਲਾ ਸੀ। ਸਾਧ ਸੰਗਤ ਜੀ, ਇਹ ਬਾਣੇ ਹੁੰਦੇ ਸਾਡੇ ਬਾਣੇ। ਹੁਣ ਤਾਂ ਗੁਰਮੁਖੋ ਇੰਨੀਆਂ ਕਲੀਆਂ ਵਾਲੇ ਚੋਲੇ ਨਹੀਂ ਸਿੰਘ ਪਾਉਂਦੇ, ਪਹਿਲਾਂ ਕਈ ਕਲੀਆਂ ਵਾਲੇ ਚੋਲੇ ਪਾਉਂਦੇ ਸਨ। ਸੋ ਛੱਤ ਪਾਲਨ ਕਹਿੰਦੇ 100 ਪੱਲਿਆਂ ਵਾਲਾ, ਕਲੀਆਂ ਵਾਲਾ ਜਾਮਾ ਹਰ ਰਾਏ ਸਾਹਿਬ ਜੀ ਨੇ ਪਹਿਨਿਆ ਹੋਇਆ ਹੈ। ਨਿਤ ਪ੍ਰਤ ਪਹਿਰੈ ਬਹੁ ਅਬਰਾਮਾ। ਹਾਂ, ਨਿਤਾ ਪ੍ਰਤੀ ਰੋਜ਼ ਹੀ ਏਡਾ ਚੋਲਾ ਪਾਉਂਦੇ ਸੀ, ਖੁੱਲਾ ਡੁੱਲਾ 100 ਕਲੀਆਂ ਵਾਲਾ। ਸੁੰਦਰ ਪਰਿਓ ਸਿਕੰਦ ਦਕੂਲ। ਔਰ ਬੜਾ ਸੋਹਣਾ ਦੁਪੱਟਾ, ਗਲ ਵਿੱਚ ਹਜੂਰੀਆ ਜਿਹੜਾ ਉਹ ਹਰ ਰਾਏ ਸਾਹਿਬ ਜੀ ਨੇ ਪਹਿਨਿਆ ਹੈ। ਮਨੋ ਮ੍ਰਿਦੁਲਤਾ ਕੋ ਤਨ ਮੂਲ। ਹੈ ਸਰੀਰ ਬਹੁਤ ਮਹਾਰਾਜ ਦਾ ਸੁੰਦਰ, ਸਤਵੇਂ ਪਾਤਸ਼ਾਹ ਦਾ ਬਹੁਤ ਸੁੰਦਰ ਸਰੀਰ ਹੈ। ਉੱਤੋਂ ਇੰਨਾ ਸੋਹਣਾ ਜਾਮਾ ਪਾਇਆ, ਗਲ ਵਿੱਚ ਹਜੂਰੀਆ ਪਾਇਆ, ਐ ਜਿਵੇਂ ਸੁੰਦਰਤਾ ਦਾ ਮੂਲ ਹੀ ਹੋਣ, ਐਨ ਕੋਮਲਤਾ ਦਾ ਮੂਲ ਹੋਣ। ਮਿਲੈ ਪਿਤਾਮਾ ਕੇ ਸੰਗ ਜਾਈ। ਤੇ ਸਾਧ ਸੰਗਤ ਜੀ, ਹਰ ਰਾਏ ਸਾਹਿਬ ਸੋਚਦੇ ਆ ਵੀ ਮੈਂ ਛੇਤੀ ਕਰਾਂ ਤੇ ਮੈਂ ਵੀ ਆਪਣੇ ਦਾਦਾ ਜੀ ਦੇ ਕੋਲ ਜਾਵਾਂ। ਛੋਟੀ ਉਮਰ ਹੈ, ਕਾਹਲੀ ਜ਼ਿਆਦਾ ਕੀਤੀ ਜੀ। ਹਾਂਜੀ, ਜਾਂ ਤੇ ਚਾਲ ਚਲਤ ਚਪਲਾਈ। ਔਰ ਲਿਖਦੇ ਆ ਕਹਿੰਦੇ ਜਾਂ ਤੇ ਚਾਲ ਚਲਤ ਚਪਲਾਈ। ਬਾਗ ਵਿੱਚ ਤੁਰ ਰਹੇ ਆ, 100 ਕਲੀਆਂ ਵਾਲਾ ਚੋਲਾ ਪਾਇਆ ਹੈ, ਕਾਹਲੀ ਕਰ ਰਹੇ ਆ, ਕਾਹਲੀ ਕਰ ਰਹੇ ਆ ਵੀ ਛੇਤੀ ਕਰਾਂ, ਆਪਣੇ ਦਾਦਾ ਜੀ ਦੇ ਕੋਲ ਜਾਵਾਂ। ਵਾਯੂ ਬੇਗ ਚਲਣ ਤੇ ਪਰਸਿਓ। ਉਤੋਂ ਹਵਾ ਵਗ ਰਹੀ ਸੀ। ਸਾਧ ਸੰਗਤ ਜੀ, ਹਵਾ ਵਗ ਰਹੀ ਹੈ। ਇੱਕ ਬੰਨੇ ਹਰ ਰਾਏ ਸਾਹਿਬ ਜੀ ਤੇਜ਼ ਤੁਰ ਰਹੇ ਆ, ਜਿਹਦੇ ਕਰਕੇ ਉਹ ਜਿਹੜਾ ਚੋਲਾ ਹੈ ਨਾ ਜਾਮਾ, ਉਹ ਪਸਰ ਗਿਆ, ਉਹ ਥੋੜਾ ਖੁੱਲਾ ਹੋ ਗਿਆ। ਛਤ ਪਾਲਨ ਜਾਮੇ ਕੋ ਸਰਸਿਓ। ਹਾਂ, ਕਿਉਂ 100 ਕਲੀਆਂ ਹੈ ਨਾ, ਪੰਜੀ ਇੱਕ ਪਾਸੇ, ਪੰਜੀ ਇੱਕ ਪਾਸੇ, ਇਸੇ ਤਰ੍ਹਾਂ ਪੰਜੀ ਮਗਰਲੇ ਪਾਸੇ, ਫਿਰ ਪੰਜੀ ਮਗਰਲੇ ਪਿਛਲੇ ਪਾਸੇ, 100 ਹੋ ਗਈਆਂ। ਸੋ ਇਸ ਤਰ੍ਹਾਂ ਭਾਈ ਸੰਤੋਖ ਸਿੰਘ ਲਿਖਦੇ ਐ, ਕਹਿੰਦੇ ਛਤ ਪਾਲਨ ਜਾਮੇ ਕੋ ਸਰਸਿਓ। ਉਹ 100 ਪੱਲਿਆਂ ਵਾਲਾ ਜਿਹੜਾ ਜਾਮਾ ਹੈ ਨਾ, ਚੋਲਾ, ਉਹ ਖੁੱਲ ਗਿਆ। ਪਸਰਿਓ ਘਨੋ ਛਿਪਰ ਚੱਲ ਜਾਹੀ। ਕਾਲੀ ਨਾਲ ਤੁਰੇ ਜਾ ਰਹੇ ਆ, ਉਹ ਹੋਰ ਖੁੱਲੇ। ਸਾਧ ਸੰਗਤ ਜੀ, ਹਾਂਜੀ, ਸੁੰਦਰ ਫੂਲ ਹੁਤੋ ਮਗ ਮਾਹੀ। ਤੇ ਸਾਧ ਸੰਗਤ ਜੀ, ਚਲਦਿਆਂ ਚਲਦਿਆਂ
ਹਰ ਰਾਏ ਸਾਹਿਬ ਉੱਥੇ ਆਏ ਐ ਕਾਲੀ ਨਾਲ ਚਲਦਿਆਂ ਜਿੱਥੇ ਉਹ ਫੁੱਲ ਸੀਗਾ ਸਾਧ ਸੰਗਤ ਜੀ। ਬੜਾ ਸੋਹਣਾ ਉਹ ਫੁੱਲ ਸੀ। ਉਹਨੂੰ ਹੁਣੇ ਗੁਰੂ ਹਰਗੋਬਿੰਦ ਸਾਹਿਬ ਵੇਖ ਕੇ ਗਏ ਸਨ। ਹਾਂਜੀ, ਸੋ ਜਾਮੇ ਲੱਗ ਅਟਕਤ ਟੂਟਾ। ਕਾਲੀ ਨਾਲ ਚਲਦਿਆਂ ਚਲਦਿਆਂ ਉਹ ਜਿਹੜਾ ਚੋਲਾ ਸੀ ਉਹ ਇੱਕ ਪਾਸੋਂ ਉਸ ਫੁੱਲ ਦੇ ਲਾਗੇ ਅੜ ਗਿਆ। ਜਦੋਂ ਚੋਲਾ ਖਿੱਚਿਆ ਤਾਂ ਫੁੱਲ ਟੁੱਟ ਗਿਆ। ਐਚਨ ਕਰੇ ਸ਼ਾਖ ਤੇ ਛੂਟਾ। ਇਸ ਤਰ੍ਹਾਂ ਜਦੋਂ ਚੋਲਾ ਖਿੱਚਿਆ ਨਾ ਆਪਣਾ ਮਹਾਰਾਜ ਨੇ, ਤੇ ਚੋਲਾ ਖਿੱਚਣ ਨਾਲ ਫੁੱਲ ਜਿਹੜਾ ਸੀ ਉਹ ਟੁੱਟ ਗਿਆ। ਟੁੱਟਿਓ ਪੁਸ਼ਪ ਰਹਿਓ ਤਹ ਪਰਿਓ। ਤੇ ਸਾਧ ਸੰਗਤ ਜੀ ਉਹ ਫੁੱਲ ਟੁੱਟ ਕੇ ਲਾਗੇ ਧਰਤੀ ਤੇ ਡਿੱਗ ਗਿਆ ਤੇ ਉੱਥੇ ਹੀ ਪਿਆ ਰਿਹਾ। ਸ੍ਰੀ ਹਰਿ ਰਾਏ ਬੇਗ ਤਿਮ ਧਰਿਓ। ਹਰ ਰਾਏ ਸਾਹਿਬ ਜੀ ਨੇ ਨਹੀਂ ਵੇਖਿਆ। ਉਸੇ ਤਰ੍ਹਾਂ ਕਾਲੀ ਦੇ ਨਾਲ ਭੱਜੇ ਜਾਣ ਵੀ ਸਤਿਗੁਰਾਂ ਦੇ ਕੋਲ ਜਾਵਾਂ। ਪਿਆਰ ਸੀ ਨਾ ਅੰਦਰ ਦਾ। ਆਉਣ ਦੀ ਕਾਲੀ ਤਾਂ ਉਹੋ ਹੀ ਕਰਦਾ ਜਿਹਨੂੰ ਪਿਆਰ ਹੋਵੇ, ਤੇ ਜਿਹਨੂੰ ਪਿਆਰ ਨਹੀਂ ਹੁੰਦਾ, ਵੇਖੋ ਗੁਰਮਤਿ ਸਮਾਗਮਾਂ ਚੋਂ ਕਹਿੰਦੇ ਕੋਈ ਨਹੀਂ ਆਨੰਦ ਸਾਹਿਬ ਦੇ ਵੇਲੇ ਹੀ ਚੱਲਾਂਗੇ, ਸਮਾਪਤੀ ਹੋ ਹੀ ਲੈਣ ਦੀਏ। ਤੇ ਜਿਨ੍ਹਾਂ ਨੂੰ ਪ੍ਰੇਮ ਹੁੰਦਾ ਉਹ ਪਹਿਲਾਂ ਹੀ ਜਾ ਕੇ ਬਹਿ ਜਾਂਦੇ ਆ। ਹੁਣ ਹਰ ਰਾਏ ਸਾਹਿਬ ਜੀ ਨੂੰ ਪਿਆਰ ਹੈ ਮਹਾਰਾਜ ਨਾਲ, ਇਸ ਕਰਕੇ ਕਾਲੀ ਉਵੇਂ ਹੀ ਰੱਖੀ ਵੀ ਛੇਤੀ ਜਾਵਾਂ। ਮਿਲਨ ਪਿਤਾਮੇ ਕੋ ਚਿਤ ਚਾਹੀ। ਹਾਂ, ਮਿਲਣਾ ਚਾਹੁੰਦੇ ਨਾ ਆਪਣੇ ਦਾਦੇ ਸਤਿਗੁਰਾਂ ਨੂੰ। ਕਹਾਂ ਰਹੇ ਜਬ ਲਗ ਕਹਿ ਨਾਹੀ। ਫਿਰ ਕਹਾਂ ਰਹੇ ਜਬ ਲਗ ਕਹਿ ਨਾਹੀ। ਸੋਚਦੇ ਆ ਵੀ ਕਿੱਥੇ ਰਹਿ ਗਏ ਹੋਣਗੇ ਗੁਰੂ ਹਰਗੋਬਿੰਦ ਸਾਹਿਬ ਜੀ। ਤੇ ਮਹਾਰਾਜ ਜਦੋਂ ਮੇਰੇ ਬਾਰੇ ਵੇਖਣਗੇ ਤੇ ਇਹ ਵੀ ਪੁੱਛਣਗੇ ਵੀ ਹਰ ਰਾਏ ਕਿੱਥੇ ਹੈ। ਮੇਰੇ ਬਾਰੇ ਪੁੱਛਣਗੇ। ਸੰਗ ਦਾਸ ਤਿਸ ਗਮਨਤ ਗਏ। ਉਹ ਨਾਲ ਨਾਲ ਬਾਬਾ ਗੁਰੂ ਹਰ ਰਾਏ ਸਾਹਿਬ ਜੀ ਦੇ ਮਗਰ 2-4 ਸੇਵਕ ਸਨ, ਉਹ ਵੀ ਭੱਜੇ ਗਏ। ਸਤਿਗੁਰ ਨਿਕਟ ਪਹੁੰਚਤ ਭਏ। ਤੇ ਹਰ ਰਾਏ ਜੀ ਨਾ ਫਿਰ ਸਤਿਗੁਰਾਂ ਦੇ ਨੇੜੇ ਪਹੁੰਚ ਹੀ ਗਏ ਜੀ। ਬੜਾ ਮਨ ਨੂੰ ਸਕੂਨ ਮਿਲਿਆ, ਬੜੀ ਖੁਸ਼ੀ ਮਿਲੀ ਵੀ ਮੈਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਿਆ ਹਾਂ। ਹਾਂਜੀ, ਸਨੈ ਸਨੈ ਫਿਰ ਉਪਬਨ ਸੈਲ। ਫਿਰ ਮਹਾਰਾਜ ਨੇ ਸਾਰੇ ਬਾਗ ਦੀ ਸੈਰ ਕੀਤੀ। ਕਿਤੇ ਜਾਓਗੇ ਨਾ ਸ੍ਰੀ ਕੀਰਤਪੁਰ ਸਾਹਿਬ ਤੇ ਸਾਧ ਸੰਗਤ ਜੀ ਉਸ ਬਾਗ ਦੀ ਸੈਰ ਕਰਿਓ। ਜਦੋਂ ਪੋਥੀ ਸਾਹਿਬ ਪੜ੍ਹੀ, ਪ੍ਰਸੰਗ ਪੜ੍ਹਿਆ ਨਾ, ਫਿਰ ਮਨ ਵਿੱਚ ਫੁਰਨਾ ਬਣਿਆ ਤੇ ਅਸੀਂ ਕਈ ਸਿੰਘ ਸਾਰੇ ਰਲ ਕੇ ਉਸ ਬਾਗ ਦੇ ਦਰਸ਼ਨ ਕਰਕੇ ਆਏ ਸਾਂ। ਸਾਰਾ ਬਾਗ ਤੁਰ ਫਿਰ ਕੇ ਦੇਖਿਆ, ਬੜਾ ਵੱਡਾ ਬਾਗ ਹੈ ਉਹ। ਮਹਾਰਾਜ ਉਸ ਬਾਗ ਦੀ ਸੈਰ ਕਰਦੇ। ਜਦੋਂ ਉਸ ਬਾਗ 'ਚ ਜਾਣਾ ਹੈ ਨਾ, ਭਾਵਨਾ ਇਹ ਬਣਾਉਣੀ ਹੈ ਇਸ ਮਿੱਟੀ ਤੇ, ਇਸ ਧਰਤੀ ਤੇ ਸਾਡੇ ਸ਼ਹਿਨਸ਼ਾਹ ਸਤਿਗੁਰੂ ਜੀ ਵੀ ਸੈਰ ਕਰਦੇ ਰਹੇ ਹੈ, ਜਿੱਥੇ ਅਸੀਂ ਸੈਰ ਕਰਨੇ। ਨਾਲ ਸਿੱਖ ਨੇ ਮਹਾਰਾਜ ਸਤਿਗੁਰੂ ਜੀ ਸੈਰ ਕਰ ਰਹੇ ਹਨ। ਸ੍ਰੀ ਹਰਿਗੋਬਿੰਦ ਸਿੱਖ ਬਹੁ ਗੈਲ। ਮਹਾਰਾਜ ਸਤਿਗੁਰਾਂ ਦੇ ਨਾਲ ਕਈ ਸਿੱਖ ਨੇ, ਕਈ ਸਿੱਖ ਹਨ, ਔਰ ਮਗਰ ਮਗਰ ਨੇ। ਮਹਾਰਾਜ ਅੱਗੇ ਅੱਗੇ, ਸਾਰੇ ਸਿੱਖ ਮਗਰ ਮਗਰ ਚੱਲ ਰਹੇ ਹਨ। ਸੁੰਦਰ ਰਵਸ਼ ਸੁਥੰਡਲ ਕਨੇ। ਹਾਂ, ਬਾਗ ਵਿੱਚ ਫਿਰ ਸਾਧ ਸੰਗਤ ਜੀ ਬੜੇ ਬੜੇ ਸੋਹਣੀਆਂ ਸੜਕਾਂ ਬਣੀਆਂ ਸੀਗੀਆਂ, ਹੁਣ ਵੀ ਹੈਗੀਆਂ। ਵਿੱਚ ਵਿੱਚ ਬੜੀਆਂ ਸੋਹਣੀਆਂ ਸੋਹਣੀਆਂ ਸੜਕਾਂ ਬਣੀਆਂ। ਫਿਰ ਸਥੰਡਰ ਬਹਿਣ ਵਾਸਤੇ ਥੜੇ ਵੀ ਬਣੇ ਹਨ। ਹਾਥ ਪ੍ਰਬੀਨਨ ਕੇ ਲਗ ਬਨੇ। ਬੜੇ ਸਿਆਣੇ ਬੰਦਿਆਂ ਨੇ ਸਤਿਗੁਰਾਂ ਦੀ ਸੈਰ ਵਾਸਤੇ ਬਾਗ ਬਣਾਇਆ ਉਹ। ਹਾਂਜੀ, ਤਿੰਨ ਪਰ ਚੱਲੇ ਜਹੇ ਸਭ ਆਗੇ। ਹਾਂ, ਹੁਣ ਉਹ ਮਹਾਰਾਜ ਸੱਚੇ ਪਾਤਸ਼ਾਹ ਉਸ ਸੜਕ ਤੇ ਤੁਰ ਰਹੇ ਆ, ਸਾਰੇ ਸਿੱਖ ਮਗਰ ਮਗਰ ਤੁਰ ਰਹੇ ਹਨ।
ਗਮਨੈ ਭੀਰ ਲਾਰ ਕੋ ਲਾਗੇ। ਮਗਰ ਤਾਂ ਇੱਕ ਕਤਾਰ ਹੀ ਤੁਰ ਪਈ ਫਿਰ ਸਿੱਖਾਂ ਦੀ। ਬੜੇ ਗੁਰਸਿੱਖ ਮਗਰ ਮਗਰ ਤੁਰ ਪਏ। ਪਿਖਿਓ ਤਰੋਵਰ ਸੁੰਦਰ ਛਾਇਆ। ਹਾਂਜੀ, ਪਿਖਿਓ ਤਰੋਵਰ ਸੁੰਦਰ ਛਾਇਆ। ਫਿਰ ਮਹਾਰਾਜ ਨੇ ਇੱਕ ਰੁੱਖ ਦੀ ਸੋਹਣੀ ਛਾਂ ਦੇਖੀ। ਬੈਠਨ ਹੇਤ ਹਿਰਦਾ ਬਿਸਮਾਇਆ। ਸੱਚੇ ਪਾਤਸ਼ਾਹ ਉਸ ਛਾਂ ਦੇ ਹੇਠਾਂ ਬੈਠ ਗਏ। ਉਤੀ ਸੰਗਣ ਬਹੁ ਤਿਸ ਕੇ ਤਰੇ। ਹਾਂ, ਬੜੀ ਸੋਹਣੀ ਸੰਘਣੀ ਛਾਂ ਸੀਗੀ ਜੀ ਉਸ ਰੁੱਖ ਦੀ। ਬਰਸ਼ ਫਰਸ਼ ਕਰਾਏ ਬੈਠਬੋ ਕਰੇ। ਗੁਰਸਿੱਖਾਂ ਨੇ ਵਿਛਾਈ ਕਰਤੀ। ਬਾਗ ਵਿੱਚ ਸੱਚੇ ਪਾਤਸ਼ਾਹ ਵਿਛਾਈ ਉੱਤੇ ਸੱਜ ਗਏ। ਨਾਲ ਗੁਰਸਿੱਖ ਨੇ ਸਾਰੇ ਲਾਗੇ ਲਾਗੇ ਬੈਠ ਗਏ ਜੀ। ਹਾਂਜੀ, ਅਨਕ ਭਾਂਤ ਕੀ ਬਾਤਨ ਕਰਤੇ। ਬੜੇ ਤਰ੍ਹਾਂ ਦੇ ਬਚਨ ਹੋਏ ਜੀ। ਪਰਮੇਸ਼ਰ ਦੇ ਘਰ ਦੇ ਬਚਨ ਹੋਏ, ਗੁਰਬਾਣੀ ਦੇ ਬਚਨ ਹੋਏ। ਤ੍ਰੈਣ ਸਬਜੀ ਚਹੁ ਔਰ ਨਿਹਰਤੇ। ਇਹ ਮਹਾਰਾਜ ਵੇਖਦੇ ਹਰਿਆ ਭਰਿਆ ਸਾਰਾ ਵਾਤਾਵਰਣ, ਸਾਰਾ ਬਾਗ ਹੀ ਹਰਿਆ ਭਰਿਆ। ਹਾਂਜੀ, ਕਿਤਕ ਸਮੈ ਮਹਿ ਉੱਠ ਕਰ ਚਾਲੇ। ਕੁਝ ਸਮਾਂ ਬੈਠ ਕੇ ਛਾਂ ਦਾ ਆਨੰਦ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਸਮੇਤ ਗੁਰਸਿੱਖਾਂ ਦੇ ਉਥੋਂ ਮਹਾਰਾਜ ਉੱਠ ਕੇ ਅੱਗੇ ਚੱਲੇ। ਸ੍ਰੀ ਹਰਿ ਰਾਏ ਨਿਕਟ ਹੈ ਨਾਲੇ। ਤੇ ਹੁਣ ਪੋਤਰਾ ਸਾਹਿਬ ਗੁਰੂ ਹਰਿ ਰਾਏ ਸਾਹਿਬ ਪੋਤਰੇ ਦੇ ਰੂਪ ਚ ਨੇ ਤੇ ਨਾਲ ਨਾਲ ਚੱਲ ਰਹੇ ਹਨ। ਸਨੈ ਸਨੈ ਜਨ ਜਿਮ ਆਗੇ ਗਏ। ਸਹਿਜੇ ਸਹਿਜੇ ਮਹਾਰਾਜ ਤੁਰ ਰਹੇ ਆ ਬਾਗ ਵਿੱਚ, ਅੱਗੇ ਅੱਗੇ ਤੁਰ ਰਹੇ ਹਨ। ਤਿਸ ਪ੍ਰਕਾਰ ਹਟ ਆਵਤ ਭਏ। ਤੇ ਜਿਵੇਂ ਜਿਵੇਂ ਮਹਾਰਾਜ ਸਹਿਜੇ ਸਹਿਜੇ ਗਏ ਸਨ ਨਾ ਬਾਗ ਵੇਖਣ ਲਈ, ਉਵੇਂ ਉਵੇਂ ਮਹਾਰਾਜ ਸਹਿਜੇ ਸਹਿਜੇ ਵਾਪਸ ਆ ਗਏ ਜੀ। ਕੁਝ ਥਾਵਾਂ ਐਸੀਆਂ ਹੁੰਦੀਆਂ ਜਿੱਥੇ ਸਹਿਜੇ ਤੁਰਨਾ ਚਾਹੀਦਾ ਹੈ। ਬਾਗਾਂ ਦੇ ਵਿੱਚ ਤੇਜ਼ ਨਹੀਂ ਤੁਰਨਾ ਚਾਹੀਦਾ, ਆਨੰਦ ਲੈਣਾ ਚਾਹੀਦਾ। ਦਰਿਆਵਾਂ ਦੇ ਕੰਢੇ ਵੀ ਬਹੁਤਾ ਤੇਜ਼ ਨਹੀਂ ਤੁਰਨਾ ਚਾਹੀਦਾ। ਤੇ ਜਾਂ ਫਿਰ ਧਾਰਮਿਕ ਸਥਾਨਾਂ ਉੱਤੇ ਆ ਕੇ ਭੱਜ ਦੌੜ ਨਹੀਂ ਕਰਨੀ ਚਾਹੀਦੀ, ਬਹੁਤੀ ਤੇਜ਼ ਨਹੀਂ ਤੁਰਨਾ ਚਾਹੀਦਾ, ਸਹਿਜੇ ਸਹਿਜੇ ਰਹਿਣਾ ਚਾਹੀਦਾ ਹੈ। ਕਈ ਵਾਰੀ ਵੇਖੀਦਾ ਪ੍ਰੇਮੀ ਪ੍ਰਕਰਮਾਂ 'ਚ ਭੱਜੇ ਫਿਰਦੇ ਹੈ, ਨਹੀਂ, ਸਹਿਜੇ ਸਹਿਜੇ ਪ੍ਰੇਮ ਨਾਲ। ਮਹਾਰਾਜ ਜਿਵੇਂ ਸਹਿਜੇ ਸਹਿਜੇ ਗਏ ਸਨ ਨਾ, ਉਵੇਂ ਸਹਿਜੇ ਸਹਿਜੇ ਵਾਪਸ ਆ ਰਹੇ ਹਨ। ਟੂਟਿਓ ਪਰਿਓ ਪੁਸ਼ਪ ਜਿਸ ਥਾਈ। ਹੁਣ ਮਹਾਰਾਜ ਉੱਥੇ ਪਹੁੰਚੇ ਜਿੱਥੇ ਹਰਿ ਰਾਏ ਸਾਹਿਬ ਜੀ ਦੇ ਚੋਲੇ ਦੇ ਨਾਲ ਅੜ ਕੇ ਫੁੱਲ ਟੁੱਟ ਗਿਆ ਸੀ ਔਰ ਉਹ ਧਰਤੀ ਤੇ ਇੱਕ ਪਾਸੇ ਡਿੱਗਾ ਪਿਆ ਸੀ। ਤਹਾਂ ਪਹੁੰਚਤ ਭੇ ਜਗ ਸਾਈ। ਜਗਤ ਦੇ ਮਾਲਕ ਧੰਨ ਛੇਵੇਂ ਪਾਤਸ਼ਾਹ ਉੱਥੇ ਪਹੁੰਚੇ। ਪ੍ਰਥਮ ਗਏ ਦੇਖਿਓ ਬਿਦ ਭਲੇ। ਮਹਾਰਾਜ ਸਤਿਗੁਰਾਂ ਨੇ ਦੇਖਿਆ, ਪਹਿਲਾਂ ਵੀ ਇੱਥੇ ਖਲੋਤੇ ਸਨ ਮਹਾਰਾਜ, ਬੜੇ ਚੰਗੇ ਤਰੀਕੇ ਨਾਲ ਪਹਿਲਾਂ ਵੀ ਮਹਾਰਾਜ ਨੇ ਉਹ ਫੁੱਲ ਵੇਖਿਆ ਸੀ ਸਾਧ ਸੰਗਤ ਜੀ। ਹਾਂਜੀ, ਹੱਤਿਓ ਹੱਤੋ ਹੁੱਤੋ ਸਰਾਹਿਓ ਸੁੰਦਰ ਖਿਲੇ। ਤੇ ਹੁੱਤੋ ਸਰਾਹਿਓ ਸੁੰਦਰ ਖਿਲੇ। ਮਹਾਰਾਜ ਬੜੀ ਸਿਫਤ ਵੀ ਕਰਕੇ ਗਏ ਸੀ ਉਸ ਫੁੱਲ ਦੀ, ਵੀ ਬੜਾ ਸੋਹਣਾ ਲੱਗਣ ਦਿਆ, ਬੜਾ ਖਿੜਿਆ। ਹਾਂਜੀ, ਜਬੈ ਬਿਲੋਕਿਓ ਟੂਟੋ ਪਰਿਓ। ਜਦੋਂ ਉਹ ਫੁੱਲ ਮਹਾਰਾਜ ਨੇ ਵੇਖਿਆ ਵੀ ਇਹ ਤਾਂ ਟੁੱਟਾ ਤੇ ਟੁੱਟ ਕੇ ਧਰਤੀ ਤੇ ਪਿਆ ਹੈ, ਸਤਿਗੁਰ ਬਾਕ ਉਚਾਰਨ ਕਰਿਓ। ਮਹਾਰਾਜ ਉਸੇ ਵੇਲੇ ਹੀ ਖਲੋ ਗਏ, ਚਰਨ ਨਹੀਂ ਅੱਗੇ ਕੀਤਾ। ਸਾਰੇ ਸਿੱਖ ਖਲੋ ਗਏ ਉੱਥੇ। ਫਿਰ ਮਹਾਰਾਜ ਬਚਨ ਕਰਨ ਲੱਗੇ। ਸ਼ਾਖਾ ਲੱਗਿਓ ਹੁਤੋ ਹਮ ਹੇਰਾ। ਮਹਾਰਾਜ ਕਹਿੰਦੇ ਭਾਈ ਗੁਰਸਿੱਖੋ, ਹੁਣੇ ਤਾਂ ਅਸੀਂ ਗਏ ਆ, ਇਹ ਫੁੱਲ ਟਾਹਣੀ ਦੇ ਨਾਲ ਲੱਗਾ ਸੀ, ਅਸੀਂ ਦੇਖਿਆ। ਮਹਾਰਾਜ ਕਹਿਣ ਲੱਗੇ, ਹਾਂਜੀ, ਅਬ ਇਹ ਕਹਿ ਤੋਰਿਓ ਛਿਤ ਗੇਰਾ। ਇਹ ਹੁਣ ਕਿੰਨੇ ਤੋੜ ਕੇ ਧਰਤੀ ਤੇ ਸੁੱਟਿਆ?
ਇਹ ਫੁੱਲ ਕਿੰਨੇ ਤੋੜਿਆ ਹੈ? ਉਪਮਾ ਮੁਖ ਪ੍ਰਸੰਨ ਕੀ ਪਾਵਤ। ਹਾਂ, ਮਹਾਰਾਜ ਸਤਿਗੁਰੂ ਕਹਿਣ ਲੱਗੇ ਉਪਮਾ ਮੁਖ ਪ੍ਰਸੰਨ ਕੀ ਪਾਵਤ। ਇਹ ਫੁੱਲ ਤਾਂ ਇਉਂ ਸੀ ਜਿਵੇਂ ਕੋਈ ਚਿਹਰਾ ਹੱਸ ਰਿਹਾ, ਖਿੜਿਆ ਹੋਇਆ ਚਿਹਰਾ ਹੁੰਦਾ ਨਾ ਹੱਸਦਾ, ਇਸ ਤਰ੍ਹਾਂ ਸੀ ਇਹ ਫੁੱਲ ਕਹਿਣ ਲੱਗੇ। ਹਾਂਜੀ, ਥਰੀ ਪਾਖਰੀ ਹੁਤੋ ਸੁਹਾਵਤ। ਇਹਦੀਆਂ ਤਾਂ ਪੰਖੜੀਆਂ ਹੀ ਬੜੀਆਂ ਸੋਹਣੀਆਂ ਖਿੜੀਆਂ, ਕੱਲੀ ਕੱਲੀ ਪੰਖੜੀ ਖਿੜੀ ਸੀ ਇਹਦੀ। ਹਾਂਜੀ, ਸਾਖਾ ਸਹਿਤ ਤਰੋਵਰ ਅਵਨੀ। ਤੇ ਸਾਖਾ ਸਹਿਤ ਤਰੋਵਰ ਅਵਨੀ। ਮਹਾਰਾਜ ਕਹਿਣ ਲੱਗੇ ਵੇਖੋ ਟਾਹਣੀ ਦੇ ਨਾਲ ਜੁੜਿਆ ਸੀ, ਤੇ ਟਾਹਣੀ ਜਿਹੜੀ ਸੀ ਉਹ ਅਵਨੀ ਧਰਤੀ ਨਾਲ ਜੁੜੀ ਸੀ। ਨਿਜ ਸ਼ਬਦ ਤੇ ਦਿਖਰਾਵਤ ਰਵਨੀ। ਜਿਹਦੇ ਨਾਲ ਇਸ ਫੁੱਲ ਨੂੰ ਤਾਕਤ ਮਿਲ ਰਹੀ ਸੀ। ਇਹ ਫੁੱਲ ਤਾਕਤ ਵਾਲਾ ਸੀ, ਇਹਦੀ ਸ਼ੋਭਾ ਬੜੀ ਸੀ, ਇਹਦੀ ਸੁੰਦਰਤਾ ਬਣੀ ਹੋਈ ਸੀ। ਅਬ ਛਿਨ ਛਿਨ ਪ੍ਰਤ ਇਹ ਕਮਲਾਵਤ। ਪਰ ਮਹਾਰਾਜ ਕਹਿੰਦੇ ਹੁਣ ਸਹਿਜੇ ਸਹਿਜੇ ਇਸ ਫੁੱਲ ਨੇ ਕੁਮਲਾ ਜਾਣਾ। ਕਿਉਂ? ਸਤਿਗੁਰਾਂ ਦੀ ਇਸ ਗੱਲ ਵਿੱਚ ਜ਼ੋਰ ਦਿਓ ਜਰਾ, ਬਚਨ ਹੈ ਇਹਦੇ ਚ। ਮਹਾਰਾਜ ਕਹਿਣ ਲੱਗੇ ਇਹ ਫੁੱਲ ਆਪਣੇ ਮੁੱਢ ਨਾਲ ਜੁੜਿਆ ਸੀ, ਖਿੜਿਆ ਸੀ, ਹੁਣ ਮੁੱਢ ਤੋਂ ਟੁੱਟ ਗਿਆ, ਹੁਣ ਸਹਿਜੇ ਸਹਿਜੇ ਮੁਰਝਾ ਜਾਏਗਾ। ਇੱਕ ਵਿਦਵਾਨ ਨੇ ਨਾ ਬੜਾ ਸੋਹਣਾ ਬਚਨ ਲਿਖਿਆ। ਇੱਕ ਤੇ ਚਲੋ ਭਾਈ ਵੀਰ ਸਿੰਘ ਜੀ ਨੇ ਲਿਖੀ ਨਾ, ਡਾਲੀ ਨਾਲੋਂ ਤੋੜ ਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ। ਫੁੱਲ ਕਹਿੰਦਾ ਤੋੜਨ ਵਾਲੇ ਨੂੰ, ਪਿਆਰਿਆ ਮੈਨੂੰ ਟਾਹਣੀ ਨਾਲੋਂ ਤੋੜ ਨਾ, ਮੈਂ ਇੱਥੇ ਖੁਸ਼ਬੂ ਦੀ ਦੁਕਾਨ ਲਾ ਕੇ ਬੈਠਾ ਹਾਂ, ਅਸਾਂ ਹੱਟ ਮਹਿਕ ਦੀ ਲਾਈ। ਇੱਕ ਵਿਦਵਾਨ ਹੋਰ ਲਿਖਦਾ, ਇੱਕ ਬੜਾ ਦਾਨਸ਼ਵੰਦ ਬੰਦਾ, ਉਹਨੂੰ ਫੁੱਲ ਬੜਾ ਸੋਹਣਾ ਲੱਗਾ। ਉਹ ਕਹਿੰਦਾ ਵੀ ਮੈਂ ਤੈਨੂੰ ਤੋੜ ਕੇ ਲੈ ਕੇ ਜਾਣਾ ਤੇ ਆਪਣੀ ਬੈਠਕ ਵਿੱਚ ਰੱਖਣਾ। ਇਸ ਗੱਲ ਨੂੰ ਸਮਝਿਓ ਗੁਰਮੁਖੋ। ਉਹ ਕਹਿਣ ਲੱਗਾ ਲੈ ਜਾ, ਮੈਨੂੰ ਬੈਠਕ ਵਿੱਚ ਰੱਖ ਲਾ, ਪਰ ਤੂੰ ਇੱਕ ਕੰਮ ਕਰ, ਮੈਨੂੰ ਟਾਹਣੀ ਸਮੇਤ ਤੋੜ ਕੇ ਲੈ ਕੇ ਜਾ। ਜੇ ਮੈਂ ਟਾਹਣੀ ਤੋਂ ਟੁੱਟ ਗਿਆ ਤੇ ਮੇਰੀ ਇਹ ਖਿਲਾਵਟ ਨਹੀਂ ਰਹਿਣੀ। ਉਹ ਕਹਿੰਦਾ ਮੈਂ ਟਾਹਣੀ ਤੋਂ ਵੱਢ ਦੇਣਾ। ਟਾਹਣੀ ਤੋਂ ਜਦੋਂ ਵੱਢਣ ਲੱਗਾ ਤੇ ਟਾਹਣੀ ਬੋਲੀ, ਕਹਿਣ ਲੱਗੀ ਜੇ ਤੂੰ ਮੈਨੂੰ ਤੋੜ ਕੇ ਲੈ ਗਏ ਹੋ ਨਾ, ਫੁੱਲ ਨੇ ਤਾਂ ਵੀ ਨਹੀਂ ਖਿੜੇ ਰਹਿਣਾ। ਜੇ ਤੂੰ ਚਾਹੁੰਦਾ ਹੈ ਵੀ ਅਸੀਂ ਖਿੜੇ ਰਹੀਏ, ਮੈਂ ਤਣੇ ਨਾਲ ਜੁੜੀ ਆ, ਤੂੰ ਤਣੇ ਸਮੇਤ ਲੈ ਜਾ। ਉਹ ਤਣਾ ਵੱਢਣ ਲੱਗਾ, ਤਣਾ ਬੋਲਿਆ, ਕਹਿੰਦਾ ਪਿਆਰਿਆ ਜੇ ਤੂੰ ਚਾਹੁੰਦਾ ਹੈ ਫੁੱਲ ਖਿੜਿਆ ਰਵੇ, ਫਿਰ ਮੈਨੂੰ ਨਾ ਵੱਢ, ਕਿਉਂਕਿ ਮੈਂ ਜੜ ਨਾਲ ਜੁੜਿਆ, ਤੂੰ ਮੈਨੂੰ ਜੜੋਂ ਵੱਢ ਲਾ। ਉਹ ਜੜ ਨੂੰ ਵੱਢਣ ਲੱਗਾ। ਜੜ ਬੋਲੀ, ਕਹਿੰਦੀ ਨਾ ਕਰ ਇੰਜ, ਜੇ ਤੂੰ ਚਾਹੁੰਦਾ ਫੁੱਲ ਖਿੜਿਆ ਰਵੇ ਤੇ ਮੈਨੂੰ ਜੜੋਂ ਨਾ ਵੱਢ, ਮੈਂ ਮਿੱਟੀ ਨਾਲ ਜੁੜੀ ਆ, ਮਿੱਟੀ ਸਮੇਤ ਖੜ ਮੈਨੂੰ। ਮਿੱਟੀ ਕਹਿੰਦਾ ਕੋਈ ਨਹੀਂ, ਆਪਾਂ ਮਿੱਟੀ ਪੁੱਟ ਲੈਨੇ ਆ। ਜਦੋਂ ਨਾਲ ਮਿੱਟੀ ਨੂੰ ਹੱਥ ਪਾਇਆ, ਮਿੱਟੀ ਕਹਿੰਦੀ ਮੈਂ ਕੱਲੀ ਕੀ ਕਰਾਂ, ਨਾਲ ਪਾਣੀ ਦਾ ਵੀ ਪ੍ਰਬੰਧ ਕਰ। ਕਹਿੰਦਾ ਪਾਣੀ ਦਾ ਪ੍ਰਬੰਧ ਕਰ ਲਾਂਗੇ। ਸਾਰੇ ਪ੍ਰਬੰਧ ਕਰ ਲਏ। ਇੱਕਦਮ ਸਾਰਾ ਰੁੱਖ ਬੋਲ ਪਿਆ, ਕਹਿੰਦੇ ਹੁਣ ਇੱਕ ਕੰਮ ਹੋਰ ਕਰ ਲਾ, ਆਪਣੀ ਬੈਠਕ ਵਿੱਚ ਸੂਰਜ ਵੀ ਲੈ ਜਾ, ਕਿਉਂਕਿ ਜੇ ਸੂਰਜ ਨਾ ਹੋਇਆ ਅਸੀਂ ਤਾਂ ਵੀ ਨਹੀਂ ਖਿੜਨਾ। ਅਸੀਂ ਸਾਰੇ ਸੂਰਜ ਕਰਕੇ ਆ, ਸੂਰਜ, ਪਾਣੀ, ਮਿੱਟੀ, ਉਹਦੇ ਤੋਂ ਜੜ, ਉਹਦੇ ਤੋਂ ਤਣਾ, ਉਹਦੇ ਤੋਂ ਟਾਹਣੀਆਂ, ਉਹਦੇ ਤੋਂ ਪੱਤੇ,
ਉਹਦੇ ਤੋਂ ਫੁੱਲ ਹੈ। ਸਾਰਾ ਕੁਝ ਹੋਵੇ, ਜੇ ਸੂਰਜ ਨਾ ਹੋਵੇ ਤੇ ਖੇੜਾ ਨਹੀਂ ਰਹੇਗਾ। ਉਸ ਵਿਦਵਾਨ ਨੇ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਪਿਆਰਿਆ, ਕਈ ਗੁਰਸਿੱਖ ਖਿੜੇ ਹੁੰਦੇ ਐ, ਉਹਨਾਂ ਦੇ ਚਿਹਰਿਆਂ ਤੇ ਜਲਾਲ ਹੈ, ਉਹਨਾਂ ਦੀ ਜ਼ਿੰਦਗੀ ਖਿੜੀ ਹੁੰਦੀ ਹੈ। ਉਹਦਾ ਕਾਰਨ ਇਹ ਹੁੰਦਾ, ਉਹ ਕਿਸੇ ਨਾਲ ਜੁੜੇ ਹੁੰਦੇ ਐ। ਜਿਵੇਂ ਰੁੱਖ ਜ਼ਮੀਨ ਨਾਲ ਜੁੜਿਆ ਰਵੇ, ਪਾਣੀ ਮਿਲੇ, ਸੂਰਜ ਮਿਲੇ, ਕਿਰਨਾਂ ਮਿਲਣ, ਉਹਦੀ ਤਰੱਕੀ ਹੁੰਦੀ ਹੈ। ਆਤਮਾ ਪਰਮਾਤਮਾ ਦੇ ਨਾਲ ਜੁੜੀ ਰਵੇ ਤਾਂ ਹੀ ਤਰੱਕੀ ਹੁੰਦੀ ਹੈ ਗੁਰਮੁਖੋ। ਇਸੇ ਕਰਕੇ ਸਤਿਗੁਰੂ ਜੀ ਨੇ ਦਇਆ ਕੀਤੀ ਨਾ। ਅੰਮ੍ਰਿਤ ਜਦੋਂ ਛਕਾਇਆ ਨਾ ਸਾਨੂੰ, ਅੰਮ੍ਰਿਤ ਛਕਾ ਕੇ ਤੇ ਰੋਜ਼ ਬਾਰੇ ਬਚਨ ਕੀਤਾ ਵੀ ਸਵੇਰੇ 5 ਪੜ੍ਹਿਓ, ਸ਼ਾਮ ਨੂੰ ਸੋਧਰ ਕਰਿਓ, ਰਾਤ ਨੂੰ ਸੋਹਿਲੇ ਦਾ ਪਾਠ ਕਰਿਓ। ਇਹ ਸਭ ਪਾਣੀ ਹੈ। ਨਾਲ ਨਾਲ ਸਿਮਰਨ ਕਰਿਓ, ਉਹ ਸੂਰਜ ਦੀ ਨਿਆਈ ਹੈ। ਇਹ ਸਾਰਾ ਕੁਝ ਮਿਲੇਗਾ, ਸਿੱਖ ਦਾ ਜੀਵਨ ਖਿੜਿਆ ਰਹੇਗਾ ਗੁਰਮੁਖੋ, ਖਿੜਿਆ ਰਹੇਗਾ। ਕਿਉਂ ਮੁਰਝਾਏ ਪਏ ਹੈ? ਕੱਲ ਪਰਸੋਂ ਹੀ ਸਿੰਘ ਬੈਠੇ, ਅਸੀਂ ਭਜਨ ਕਰਨ ਰਹੇ ਸੀ, ਸਾਰੇ ਸਿੰਘ ਬੈਠੇ ਲਾਗੇ ਕਮਰੇ 'ਚ ਬੈਠ ਕੇ ਸਿੰਘ ਗੱਲਾਂ ਕਰ ਰਹੇ ਸੀ ਵੀ ਅੱਜ ਕੋਈ ਹਰਿਆ ਨਹੀਂ ਨਜ਼ਰ ਆ ਰਿਹਾ। ਮਹਾਰਾਜ ਬਾਣੀ 'ਚ ਕਹਿੰਦੇ ਕੋਈ ਹਰਿਓ ਬੂਟ ਰਹਿਓ ਰੀ, ਕੋਈ ਹਰਿਆ, ਕੋਈ ਹਰਿਆ। ਜਿਹੜਾ ਪੂਰਨ ਰੂਪ ਵਿੱਚ ਸਤਿਗੁਰਾਂ ਦੇ ਚਰਨਾਂ ਨਾਲ ਜੁੜਿਆ, ਉਹ ਹਰਿਆ 'ਚ, ਉਹਦਾ ਅੰਦਰ ਹਰਿਆ, ਉਹਦੇ ਕੋਲ ਬੈਠ ਕੇ ਸੁੱਖ ਮਿਲਦਾ, ਸ਼ਾਂਤੀ ਮਿਲਦੀ ਹੈ। ਨਹੀਂ ਤੇ ਸੁੱਕੇ ਹੀ ਪਏ ਆ ਸਾਰੇ, ਸੁੱਕੇ ਪਏ। ਸੁੱਕੇ ਜੀਵਨ ਬਹੁਤ ਮਿਲਣਗੇ, ਹਰਿਆ ਜੀਵਨ ਕੋਈ ਵਿਰਲਾ ਮਿਲਦਾ। ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ, ਕਰਮ ਲਖਨ ਤੈ ਪਾਈਐ ਇਹ ਰੁੱਤ ਸੁਹਾਈ। ਇਸ ਕਰਕੇ ਜੇ ਚਾਹੁੰਦੇ ਆ ਖਿੜੇ ਰਹੀਏ ਤਾਂ ਉਹਦੇ ਵਾਸਤੇ ਜੁੜੇ ਰਹਿਣਾ ਪੈਣਾ ਹੈ। ਜਿਹੜਾ ਟੁੱਟ ਜਾਂਦਾ ਉਹ ਖਿੜਿਆ ਨਹੀਂ ਰਹਿੰਦਾ, ਉਹ ਮੁਰਝਾ ਜਾਂਦਾ ਹੈ। ਮਹਾਰਾਜ ਸਤਿਗੁਰੂ ਉਸ ਫੁੱਲ ਦੇ ਲਾਗੇ ਖਲੋਤੇ, ਬਚਨ ਕੀਤਾ, ਸ਼ਾਖਾ ਸਹਿਤ ਤਰੋਵਰ ਅਵਨੀ। ਮਾਤਾ ਕਹਿੰਦੇ ਨਿਜ ਛਬ ਤੇ ਦਿਖਰਾਵਤ ਰਵਨੀ, ਅਬ ਛਿਨ ਛਿਨ ਪ੍ਰਾਪਤ ਇਹ ਕੁਮਲਾਵਤ। ਮਹਾਰਾਜ ਕਹਿੰਦੇ ਅਬ ਛਿਨ ਛਿਨ ਪ੍ਰਤ ਇਹ ਕੁਮਲਾਵਤ। ਹੁਣ ਭਾਈ ਇਹ ਟੁੱਟ ਗਿਆ, ਪਹਿਲਾਂ ਖਿੜਿਆ ਸੀ, ਹੁਣ ਸਹਿਜੇ ਸਹਿਜੇ ਕੁਮਲਾ ਜਾਏਗਾ, ਮੁਰਝਾ ਜਾਏਗਾ। ਸ਼ੋਕ ਸਹਿਤ ਮੁਖ ਸਮਤਾ ਪਾਵਤ। ਤੇ ਮਹਾਰਾਜ ਕਹਿਣ ਲੱਗੇ ਜਿਵੇਂ ਕਿ ਕੋਈ ਸੋਗ 'ਚ ਡੁੱਬਿਆ ਹੁੰਦਾ ਹੈ ਨਾ, ਉਵੇਂ ਇਸ ਫੁੱਲ ਨੇ ਵੀ ਮੁਰਝਾ ਜਾਣਾ। ਦੁਖੀ ਚਿਹਰੇ ਮੁਰਝਾਏ ਹੁੰਦੇ ਸਾਧ ਸੰਗਤ ਜੀ। ਮਹਾਰਾਜ ਕਹਿਣ ਲੱਗੇ ਹੁਣ ਇਹਦੀ ਜ਼ਿੰਦਗੀ ਖਤਮ ਹੋ ਜਾਏਗੀ। ਕਾਰਜ ਕਹਾਂ ਸਰਿਓ ਇਸ ਤੋਰੇ। ਮਹਾਰਾਜ ਕਹਿੰਦੇ ਦੱਸੋ ਇਸ ਫੁੱਲ ਨੂੰ ਤੋੜਨ ਨਾਲ ਕਿਹੜਾ ਕੰਮ ਕਰਨਾ ਸੀ ਕਿਸੇ ਨੇ, ਕਿਹੜਾ ਕੰਮ ਸਰਨਾ ਸੀ। ਧਰਤੀ ਪਰਿਓ ਭਈ ਦੁੱਤ ਹੋਰੇ। ਮਹਾਰਾਜ ਕਹਿੰਦੇ ਹੁਣ ਧਰਤੀ ਤੇ ਪਿਆ, ਇਹਦੀ ਸ਼ੋਭਾ ਘਟ ਗਈ ਹੈ। ਇਮ ਸਤਿਗੁਰ ਕਹੇ ਬਹੁਤ ਇਸ ਬੇਰੇ। ਇੰਜ ਮਹਾਰਾਜ ਨੇ ਕਿਹਾ ਨਹੀਂ ਸੀ ਟੁੱਟਣਾ ਚਾਹੀਦਾ, ਮੁਰਝਾ ਜਾਏਗਾ। ਇੰਜ ਮਹਾਰਾਜ ਨੇ ਜਦੋਂ ਕਈ ਵਾਰੀ ਕਿਹਾ, ਬੂਝਨ ਹੇਤ ਨਰਨ ਮੁਖ ਹੇਰੇ। ਮਹਾਰਾਜ ਗੁਰਸਿੱਖਾਂ ਦੇ ਮੁਖ ਵੱਲ ਵੇਖਦੇ ਤੇ ਪੁੱਛਦੇ ਹਨ, ਹੱਤੇ ਸੰਗ ਸੋ ਕਨਹੁ ਨ ਜਾਣਾ। ਵੀ ਕਿੰਨੇ ਤੋੜਿਆ ਫੁੱਲ। ਹੁਣ ਕਿਸੇ ਸਿੱਖ ਨੂੰ ਨਹੀਂ ਸੀ ਪਤਾ, ਕਿਸੇ ਨੇ ਬਚਨ ਨਹੀਂ ਕੀਤਾ, ਟੂਟਨ ਕਾਰਨ ਨਹੀਂ ਬਖਾਨਾ। ਦੱਸੇ ਨਹੀਂ ਵੀ ਇਹ ਫੁੱਲ ਕਿਵੇਂ ਟੁੱਟ ਗਿਆ।
ਕੋਈ ਨਹੀਂ ਦੱਸ ਸਕਿਆ। ਜਬ ਸਭ ਹਨ ਮੁਖ ਤੂਸ਼ਨ ਠਾਨੇ। ਜਦੋਂ ਸਾਰੇ ਚੁੱਪ ਹੋ ਗਏ ਨਾ, ਡਰਦਾ ਕੋਈ ਬੋਲੇ ਨਾ। ਹਾਂਜੀ। ਸ੍ਰੀ ਹਰਿ ਰਾਏ ਦਾਸ ਤਿਨ ਜਾਣੇ। ਤੇ ਜਿਹੜੇ ਸੇਵਕ ਸ੍ਰੀ ਹਰਿ ਰਾਏ ਸਾਹਿਬ ਜੀ ਦੇ ਨਾਲ ਸਨ, ਜਿਹੜਾ ਫੁੱਲ ਹੈ ਇਹ ਹਰਿ ਰਾਏ ਸਾਹਿਬ ਜੀ ਦੇ ਜਾਮੇ ਦੇ ਨਾਲ ਲੱਗ ਕੇ ਟੁੱਟਾ ਹੈ। ਹਾਥ ਜੋਰ ਸਭ ਹੇਤ ਸੁਨਾਏ। ਉਹਨਾਂ ਸੇਵਕਾਂ ਨੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰਕੇ ਕਿਹਾ, ਸ੍ਰੀ ਹਰਿ ਰਾਏ ਤਲਤ ਉਤਲਾਏ। ਮਹਾਰਾਜ ਬਚਨ ਇਉਂ ਹੈ, ਆਪ ਜੀ ਦੇ ਪੋਤਰੇ ਹਰਿ ਰਾਏ ਸਾਹਿਬ ਜੀ ਆਪ ਜੀ ਨੂੰ ਮਿਲਣ ਵਾਸਤੇ ਇਧਰੋਂ ਭੱਜ ਕੇ ਲੰਘੇ ਸਨ। ਦੀਰਘ ਜਾਮਾ ਅਟਕਿਓ ਜਾਂਸੋਂ। ਤੇ ਜਾਮਾ ਬੜਾ ਖੁੱਲਾ ਪਾਇਆ ਇਹਨਾਂ ਨੇ, ਚੋਲਾ ਵੱਡਾ ਪਾਇਆ ਹੈ। ਪਰਿਓ ਟੂਟ ਧਰ ਤੂਰਨ ਤਾਸੋਂ। ਤੇ ਉਹ ਫਿਰ ਚੋਲੇ ਦੇ ਨਾਲ ਇਹ ਫੁੱਲ ਦੀ ਟਾਹਣੀ ਅੜ ਗਈ ਸੀ। ਜਦੋਂ ਇਹਨਾਂ ਨੇ ਚੋਲਾ ਖਿੱਚਿਆ ਤੇ ਫੁੱਲ ਟੁੱਟ ਕੇ ਧਰਤੀ ਤੇ ਡਿੱਗ ਗਿਆ। ਸੁਣ ਸ੍ਰੀ ਮੁਖ ਤੇ ਸਮਤ ਬਤਾਵੇਂ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬੜੀ ਗੌਰ ਨਾਲ ਹਰਿ ਰਾਏ ਸਾਹਿਬ ਜੀ ਵੱਲ ਵੇਖਣ ਲੱਗ ਪਏ। ਸਤਿਗੁਰੂ ਜੀ ਦਾ ਸੁਭਾਅ ਹੈ, ਹਰ ਗੱਲ ਵਿੱਚੋਂ ਸਿੱਖਿਆ ਗੁਰਮੁਖੋ, ਹਰ ਗੱਲ ਚੋਂ ਸਿੱਖਿਆ। ਜਿੰਨਾ ਸਿੱਖਣਾ ਉਹ ਵਗਦੀ ਨਾਲੀ ਤੋਂ ਵੀ ਸਿੱਖਿਆ ਲੈ ਲੈਂਦੇ, ਵਹਿਣ ਤੋਂ ਵੀ ਸਿੱਖਿਆ ਲੈ ਲੈਂਦੇ ਆ। ਤੇ ਜਿੰਨਾ ਨਹੀਂ ਕੁਝ ਸਿੱਖਣਾ ਉਹ ਕਥਾ ਚੋਂ ਵੀ ਨਹੀਂ ਕੁਝ ਸਿੱਖਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਨੇ ਬਚਨ ਕਰਤਾ, ਸੁਮਤ ਦੇਣ ਲੱਗੇ, ਬਚਨ ਕਰਨ ਲੱਗੇ। ਜੋ ਦੀਰਘ ਜਾਮਾ ਘਰ ਪਾਵੇਂ। ਮਹਾਰਾਜ ਕਹਿਣ ਲੱਗੇ, ਭਾਈ ਜਿਹੜੇ ਵੱਡੇ ਜਾਮੇ ਪਾਉਂਦੇ ਨਾ ਆਪਣੇ ਗਲ ਵਿੱਚ, ਜਿੰਨਾ ਵੱਡਾ ਜਾਮਾ ਆਪਣੇ ਗਲ ਵਿੱਚ ਪਾਉਣਾ ਹੈ, ਕਿਉਂ ਨਾ ਸੰਕੋਚ ਸੰਭਾਰ ਚਲਨ ਤੇ। ਫਿਰ ਉਹਨਾਂ ਨੂੰ ਚਾਹੀਦਾ ਹੈ ਵੀ ਸੰਕੋਚ ਕੇ ਤੁਰੀਏ ਜਾਮਾ। ਉਹਨਾਂ ਨੂੰ ਜਾਮਾ ਸੰਕੋਚ ਕੇ ਤੁਰਨਾ ਚਾਹੀਦਾ। ਉਹ ਕਿਉਂ ਨਹੀਂ ਸੰਕੋਚ ਕੇ ਚੱਲਦੇ? ਜੇ ਪਸਰਤ ਗਨ ਬਿਗਨ ਪਰਨ ਤੇ। ਵੀ ਜਿਹਦੇ ਪਸਰਣ ਨਾਲ, ਫੈਲਣ ਨਾਲ ਵਿਘਨ ਪੈਣਗੇ। ਸੁਣੀ ਪਿਤਾਮੇ ਕੀ ਇਮ ਬਾਣੀ। ਹੁਣ ਇਹ ਬਚਨ ਮਹਾਰਾਜ ਨੇ ਕੀਤਾ ਤੇ ਹਰਿ ਰਾਏ ਸਾਹਿਬ ਜੀ ਨੇ ਆਪਣੇ ਦਾਦਾ ਸਤਿਗੁਰਾਂ ਦਾ ਬਚਨ ਸੁਣਿਆ। ਸ੍ਰੀ ਹਰਿ ਰਾਏ ਬੰਦਨਾ ਠਾਨੀ। ਤੇ ਮੱਥਾ ਟੇਕ ਦਿੱਤਾ ਜੀ। ਮਹਾਰਾਜ ਨੇ ਕਿਹਾ, ਜਿਹੜੇ ਚੋਲਾ ਵੱਡਾ ਪਾਉਂਦੇ ਆ ਨਾ, ਉਹਨਾਂ ਨੂੰ ਚੋਲਾ ਸੰਕੋਚ ਕੇ ਚੱਲਣਾ ਚਾਹੀਦਾ। ਕਿਉਂ? ਵੱਡੀ ਜ਼ਿੰਮੇਵਾਰੀ ਦਾ ਕੰਮ ਹੁੰਦਾ ਹੈ ਜੋੜਨਾ। ਵੱਡੀਆਂ ਜ਼ਿੰਮੇਵਾਰੀਆਂ ਵਾਲੇ ਬੰਦਿਆਂ ਨੂੰ ਤੋੜਦੇ ਨਹੀਂ ਹਨ, ਕਿਸੇ ਨੂੰ ਤੋੜਦੇ ਨਹੀਂ। ਆਪਣੀ ਪੰਜਾਬੀ ਦੀ ਇੱਕ ਕਹਾਵਤ ਹੈ, ਜੋੜਨ ਜਿੰਨਾ ਪੁੰਨ ਨਹੀਂ, ਤੋੜਨ ਜਿੰਨਾ ਪਾਪ। ਚਲੋ ਇਹ ਤਾਂ ਫੁੱਲ ਦੀ ਗੱਲ ਹੋ ਰਹੀ ਆ ਨਾ। ਉਂਝ ਕਈ ਵਾਰੀ ਅਸੀਂ ਇਹੋ ਜੀਆਂ ਗੱਲਾਂ ਕਰ ਲੈਨੇ ਆ, ਸਾਡੀਆਂ ਗੱਲਾਂ ਕਰਕੇ ਕਈ ਵਾਰੀ ਕੋਈ ਬੰਦਾ ਜਿਹੜਾ ਰੱਬ ਨਾਲ ਜੁੜਿਆ ਹੁੰਦਾ ਨਾ, ਉਹ ਟੁੱਟ ਜਾਂਦਾ ਸਾਧ ਸੰਗਤ ਹੀ। ਸਾਡੇ ਪੰਥ ਦੇ ਬੜੇ ਵੱਡੇ ਵਿਦਵਾਨ ਹੋਏ ਆ, ਗਿਆਨੀ ਜਸਵੰਤ ਸਿੰਘ ਨੇਕੀ, ਡਾਕਟਰ ਜਸਵੰਤ ਸਿੰਘ ਨੇਕੀ। ਉਹਨਾਂ ਪੁਸਤਕ ਲਿਖੀ ਅਰਦਾਸ। ਉਹਦੇ ਵਿੱਚ ਉਹ ਲਿਖਦੇ, ਕਹਿੰਦੇ ਇੱਕ ਬੰਦਾ ਬੜੇ ਆਨੰਦ ਵਿੱਚ, ਜਿਹੜੀ ਬੱਕਰੀਆਂ ਚਾਰਨ ਵਾਲਾ, ਕੱਲਾ ਹੀ ਰਹਿੰਦਾ ਸੀ, ਲੋਕਾਂ ਦੀਆਂ ਬੱਕਰੀਆਂ ਚਾੜਦਾ ਸੀ, ਉਹਨਾਂ ਨੂੰ ਚਰਾ ਕੇ ਥੋੜਾ ਬਹੁਤਾ ਗੁਜ਼ਾਰਾ ਕਰਦਾ ਸੀ। ਬੜੇ ਆਨੰਦ ਵਿੱਚ ਰੱਬ ਨਾਲ ਜੁੜਿਆ, ਰੱਬ ਨਾਲ ਗੱਲਾਂ ਕਰਨ ਦਿਆ। ਕਹਿੰਦਾ, ਰੱਬਾ ਖੁਦਾ ਤੂੰ ਵੀ ਕੱਲਾ, ਮੈਂ ਵੀ ਕੱਲਾ, ਤੂੰ ਮੇਰਾ ਯਾਰ ਬਣ, ਮੈਂ ਤੇਰੇ ਕੱਪੜੇ ਧੋ ਦਿਆ ਕਰਾਂਗਾ, ਤੂੰ ਮੇਰੇ ਧੋ ਦਿਆ ਕਰੀ।
ਕਦੀ ਮੈਂ ਪ੍ਰਸ਼ਾਦਾ ਬਣਾਇਆ ਕਰਾਂਗਾ, ਤੂੰ ਛਕ ਲਿਆ ਕਰੀ, ਕਦੀ ਤੂੰ ਬਣਾ ਦਿਆਂ ਕਰੀ, ਮੈਂ ਛਕ ਲਿਆ ਕਰਾਂਗਾ। ਉਹ ਬੜੇ ਆਨੰਦ ਚ ਬੋਲ ਰਿਹਾ। ਲਾਗੋਂ ਇੱਕ ਫਕੀਰ ਲੰਘਿਆ, ਉਹਨੇ ਸੁਣ ਲਿਆ, ਕਹਿੰਦਾ ਇਹ ਕੀ ਬੋਲਦਾ, ਖੁਦਾ ਦੀ ਤੋਹੀਨ ਕਰਦਾ, ਤੂੰ ਕੌਣ ਜੰਮਿਆ ਖੁਦਾ ਦੇ ਕੱਪੜੇ ਧੋਣ ਵਾਲਾ, ਇਹੋ ਜਿਹੇ ਬੋਲ ਨਹੀਂ ਬੋਲੀ ਦੇ ਕਾਫਰਾ। ਉਹਨੇ ਆਪਣੇ ਮਰਿਆਦਾ ਝਾੜਦਿਆਂ, ਖੁਦਾ ਪ੍ਰਸਤੀ ਵਿਖਾਉਂਦਿਆਂ ਇੱਕ ਪ੍ਰੇਮੀ ਦਾ ਪ੍ਰੇਮ ਤੋੜ ਦਿੱਤਾ। ਅੱਗੇ ਬੰਦਗੀ 'ਚ ਬੈਠਦਾ ਸੀ, ਰਸ ਬਣਦਾ ਸੀ। ਉਸ ਦਿਨ ਤੋਂ ਬਾਅਦ ਬੰਦਗੀ ਦਾ ਰਸ ਟੁੱਟਣ ਲੱਗ ਪਿਆ। ਕਿਉਂ? ਇੱਕ ਜੁੜੇ ਹੋਏ ਪ੍ਰੇਮੀ ਦੀ ਅਵਸਥਾ ਨੂੰ ਤੋੜ ਦਿੱਤਾ ਉਹਨੇ। ਇਸ ਕਰਕੇ ਆਪਾਂ ਸਾਖੀ ਤਾਂ ਬੜੀ ਬੜੀ ਸੁਣੀ ਹੈ ਇਹ ਵਾਲੀ, ਵੀ ਫੁੱਲ ਟੁੱਟ ਗਿਆ ਜੀ, ਮਹਾਰਾਜ ਨੇ ਉਪਦੇਸ਼ ਦੇ ਦਿੱਤਾ ਜੀ। ਗੁਰੂ ਹਰਿਰਾਏ ਸਾਹਿਬ ਦੇ ਜਾਮੇ ਨਾਲ ਅਟਕ ਕੇ ਫੁੱਲ ਟੁੱਟ ਗਿਆ, ਮਹਾਰਾਜ ਨੇ ਉਪਦੇਸ਼ ਦਿੱਤਾ। ਗੁਰਮੁਖੋ ਇਸ ਗੱਲ ਤੋਂ ਆਓ ਅੱਜ ਤੋਂ ਆਪਾਂ ਸਾਰੇ ਸਿੱਖਿਆ ਲਈਏ, ਕੋਸ਼ਿਸ਼ ਕਰੀਏ ਆਪਣੇ ਗੱਲਾਂ ਬਾਤਾਂ ਕਾਰ ਵਿਹਾਰਾਂ ਨਾਲ ਕਦੀ ਕਿਸੇ ਦਾ ਦਿਲ ਨਾ ਤੋੜੀਏ। ਬਾਬਾ ਫਰੀਦ ਸਾਹਿਬ ਕਹਿੰਦੇ ਜੇ ਤੋ ਪਿਰਿਆ ਦੀ ਸਿੱਕ ਹਿਆਉ ਨਾ ਠਾਹੇ ਕਹੀਦਾ। ਕਹਿੰਦੇ ਉਹ ਬੰਦਿਆ, ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਹੈ, ਕਦੀ ਕਿਸੇ ਦਾ ਦਿਲ ਨਾ ਤੋੜੀ। ਮੰਦਰ ਢਾ ਦੇ, ਮਸਜਿਦ ਢਾ ਦੇ ਜੋ ਕਿਸ ਢੇਂਦਾ ਬੁਲਿਆ, ਇੱਕ ਕਿਸੇ ਦਾ ਦਿਲ ਨਾ ਢਾਈ, ਮੇਰਾ ਰੱਬ ਦਿਲਾਂ ਵਿੱਚ ਰਹਿੰਦਾ। ਸੰਕੋਚ ਕਰਨਾ ਚਾਹੀਦਾ, ਐਵੇਂ ਨਹੀਂ ਬੋਲਣੇ ਜਿਹਦੇ ਨਾਲ ਕਿਸੇ ਦਾ ਦਿਲ ਟੁੱਟ ਜੇ। ਜੇ ਕਿਸੇ ਦਾ ਦਿਲ ਟੁੱਟ ਗਿਆ, ਕੀਤੀ ਹੋਈ ਬੰਦਗੀ ਖਰਾਬ ਹੋ ਜਾਂਦੀ, ਸਾਧ ਸੰਗਤ ਦੀ ਕੀਤਾ ਹੋਇਆ ਜਾਪ ਖਰਾਬ ਹੋ ਜਾਂਦਾ। ਮਹਾਰਾਜ ਸਤਿਗੁਰਾਂ ਨੇ ਬਚਨ ਕੀਤਾ ਆਪਣੇ ਪੋਤਰੇ ਨੂੰ, ਵੀ ਜੇ ਜਾਮਾ ਵੱਡਾ ਪਾਈਏ ਤੇ ਸੰਕੋਚ ਕੇ ਚੱਲਣਾ ਚਾਹੀਦਾ, ਤੋੜਨਾ ਨਹੀਂ ਹੈ, ਜੋੜਨਾ। ਹਰਿਰਾਏ ਸਾਹਿਬ ਜੀ ਨੇ ਇਹ ਗੱਲ ਸੁਣੀ ਤੇ ਮੱਥਾ ਟੇਕਿਆ। ਤੁਰਤ ਸੰਕੋਚਿਓ ਜਾਮਾ ਕਰ ਕੋ। ਬਸ ਉਸ ਦਿਨ ਉਸੇ ਵੇਲੇ ਆਪਣਾ ਚੋਲਾ ਸੰਕੋਚ ਲਿਆ। ਹਾਂਜੀ, ਕਰਿਓ ਸੰਵਾਰ ਨ ਪਾਏ ਸੋ ਕਰ ਕੋ। ਹੈ ਬੜੇ ਸਵਾਰ ਕੇ ਨਾ ਆਪਣੇ ਹੱਥ ਨਾਲ ਤਾਂ ਜਾਮਾ ਸੰਕੋਚ ਲਿਆ। ਤਬ ਤੇ ਮਾਨਿਓ ਬਚਨ ਭਲੇ ਹੈ। ਉਸ ਦਿਨ ਤੋਂ ਬਾਅਦ ਜਿੰਨਾ ਸਮਾਂ ਮਾਲਕ ਗੁਰੂ ਹਰਿਰਾਏ ਸਾਹਿਬ ਜੀ ਸਰੀਰ ਵਿੱਚ ਰਹੇ, ਜਬ ਲਓ ਜੀਏ ਨਾ ਸ਼ੋਰ ਚਲੇ ਹੈ। ਹਾਂ, ਜਿੰਨਾ ਚਿਰ ਤੱਕ ਜੀਵਤ ਸਰੀਰ ਕਰਕੇ ਰਹੇ, ਜਦੋਂ ਮਹਾਰਾਜ ਸਤਵੇਂ ਪਾਤਸ਼ਾਹ ਤੁਰਦੇ ਸੀ, ਜਾਮਾ ਸੰਕੋਚ ਕੇ ਤੁਰਦੇ ਸੀ। ਹਾਂਜੀ, ਛਤ ਪਾਲਨ ਕੋ ਜਾਮਾ ਪਾਵੈ। ਹਾਂ, ਇਹ ਨਹੀਂ ਵੀ ਚੋਲੇ ਦੀਆਂ ਕਲੀਆਂ ਘਟਾਤੀਆਂ, ਵੀ ਲਓ ਜੀ ਚੋਲਾ ਖੁੱਲਾ ਸੀ, ਕਲੀਆਂ ਹੀ ਲਾ ਦਈਏ ਸਾਰੀਆਂ ਤੇ ਅੜੇ ਹੀ ਨਾ ਕਿਸੇ ਨਾਲ। ਨਹੀਂ, ਬਾਣਾ ਉਹੋ ਹੀ ਪਾਉਂਦੇ ਆ। ਬਸ ਇਹ ਹੈ ਵੀ ਬਾਣਾ ਸੰਕੋਚ ਕੇ ਤੁਰਦੇ ਆ, ਆਪਣੇ ਦਾਦੇ ਦੀ ਸਿੱਖਿਆ ਨਹੀਂ ਭੁੱਲੇ। ਤੇ ਜੇ ਅੱਜ ਮੇਰੇ ਵਰਗਾ ਹੁੰਦਾ ਤੇ ਪਤਾ ਕੀ ਕਹਿੰਦਾ, ਲਓ ਜੀ ਮੈਨੂੰ ਬਾਣੇ ਕਰਕੇ ਝਿੜਕ ਵੱਜੀ ਆ, ਚਲੋ ਅੱਜ ਤੋਂ ਪੈਂਟ ਕਮੀਜ਼ ਪਾਉਣੀ ਸ਼ੁਰੂ ਕਰ ਦਿੰਨੇ ਆ। ਪੈਂਟ ਕਮੀਜ਼ ਬਾਣਾ ਨਹੀਂ ਹੈ ਤੇ ਮਾੜੀ ਵੀ ਨਹੀਂ ਹੈ, ਪਰ ਮੈਂ ਆਪਣੇ ਤਬਕੇ ਦੀ ਗੱਲ ਕਰਦਾ ਜਿਨ੍ਹਾਂ ਨੇ ਸਟੇਜਾਂ ਉੱਤੇ ਬਹਿਣਾ, ਸਿੱਖਿਆ ਦੇਣੀ, ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ, ਉਹਨਾਂ ਦੀ ਗੱਲ ਕਰ ਰਿਹਾ। ਉਹ ਇਹ ਵੀ ਕਹਿ ਸਕਦੇ ਵੀ ਲਓ ਜੀ ਅੱਜ ਤੋਂ ਜਾਮਾ ਛੱਡਿਆ, ਅੱਜ ਤੋਂ ਚੋਲਾ ਛੱਡਿਆ, ਇਹ ਤੇ ਆੜੀ ਜਾਂਦਾ, ਕਿਉਂਕਿ ਅੱਜ ਕੱਲ ਬਿਰਤੀ ਇਹੋ ਜਿਹੀ ਹੋ ਗਈ ਨਾ। ਨਹੀਂ ਜੀ ਨਹੀਂ, ਅਸੀਂ ਨਹੀਂ ਚੋਲਾ ਪਾਉਣਾ, ਇਹ ਤੇ ਆੜੀ ਜਾਂਦਾ, ਇਹ ਅੜਦਾ, ਤੰਗ ਕਰਦਾ, ਇਸ ਕਰਕੇ ਅਸੀਂ ਨਹੀਂ ਪਾਉਣਾ। ਨਹੀਂ, ਆਪਣੇ ਆਪ ਨੂੰ ਸੰਕੋਚਣਾ ਹੈ, ਚੋਲੇ ਬਾਣੇ ਨੂੰ ਨਹੀਂ ਸੰਕੋਚ ਦੇਣਾ। ਮਹਾਰਾਜ ਸਤਿਗੁਰਾਂ ਨੇ ਉਸ ਦਿਨ ਤੋਂ ਬੜਾ ਹੀ ਧਿਆਨ ਰੱਖਿਆ।
ਚਲਨ ਸਮੇਂ ਕਰਤੇ ਸੁਖ ਚਾਵੇਂ। ਹਾਂ, ਚੱਲਣ ਲੱਗਿਆਂ ਤੁਰਦੇ ਨਾ ਜਦੋਂ ਮਹਾਰਾਜ ਆਪਣੇ ਹੱਥ ਨਾਲ ਚੋਲਾ ਫੜ ਕੇ ਤੁਰਦੇ, ਸੀਖ ਪਿਤਾਮਾ ਕੀ ਨਾ ਵਿਸਾਰੀ। ਕਦੀ ਵੀ ਆਪਣੇ ਦਾਦਾ ਸਤਿਗੁਰਾਂ ਦੀ ਸਿੱਖਿਆ ਵਿਸਾਰੀ ਨਹੀਂ, ਭੁੱਲੀ ਨਹੀਂ। ਸ੍ਰੀ ਹਰਿ ਰਾਏ ਪ੍ਰਤੱਗਿਆ ਧਾਰੀ। ਪ੍ਰਤਿੱਗਿਆ ਹੀ ਧਾਰ ਲਈ ਵੀ ਅੱਜ ਤੋਂ ਤੁਰਨਾ ਬੜੇ ਸਾਵਧਾਨੀ ਨਾਲ ਹੈ। ਜਿਮ ਸ੍ਰੀ ਨਾਨਕ ਸੇਵਤ ਭਏ। ਹਾਂਜੀ, ਜਿਮ ਸ੍ਰੀ ਨਾਨਕ ਸੇਵਤ ਰਹੇ। ਹਾਂਜੀ, ਅੱਗੇ ਪੜੋ। ਗੁਰ ਅੰਗਦ ਬਡ ਰੁਜ ਦੁਖ ਸਹੇ। ਕਹਿੰਦੇ ਅੱਗੋਂ ਫਿਰ ਸਾਖੀ ਵਿੱਚ ਹੋਰ ਐਡ ਹੋ ਜਾਂਦੀ ਹੈ। ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕਰਦਿਆਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਾਵਧਾਨ ਰਹੇ ਸਨ, ਵੱਡਾ ਦੁੱਖ ਵੀ ਸਹਾਰਿਆ ਸੀ। ਕੱਲ ਨੂੰ ਉਸ ਗੱਲ ਦਾ ਜ਼ਿਕਰ ਕਰਾਂਗੇ। ਉਵੇਂ ਗੁਰੂ ਹਰਿਰਾਏ ਸਾਹਿਬ ਜੀ ਬਚਨ ਨਹੀਂ ਭੁੱਲੇ। ਗੱਲ ਤਾਂ ਇਹੋ ਹੀ ਆ ਨਾ, ਸਾਡਾ ਤੇ ਗੁਰੂ ਹਰਿਰਾਏ ਸਾਹਿਬ ਦਾ ਫਰਕ ਕੀ ਭਲਾ? ਉਂਝ ਤਾਂ ਬੜਾ ਫਰਕ ਹੈ, ਉਹ ਦਾਤੇ ਹੈ, ਅਸੀਂ ਭਿਖਾਰੀ ਆ। ਪਰ ਇੱਕ ਫਰਕ ਇਹ ਹੈ, ਉਹਨਾਂ ਆਪਣੇ ਵੱਡੇ ਸਤਿਗੁਰਾਂ ਦਾ ਬਚਨ ਸੁਣਿਆ, ਸੁਣ ਕੇ ਹਿਰਦੇ 'ਚ ਵਸਾ ਲਿਆ ਤੇ ਉਹਦੇ ਉੱਤੇ ਚੱਲੇ ਜੀ। ਅਸੀਂ ਕੀ ਕਰਦੇ ਆ? ਅਸੀਂ ਸੁਣਦੇ ਆ, ਮੰਜੀ ਸਾਹਿਬ ਸੁਣ ਕੇ ਮੰਜੀ ਸਾਹਿਬ ਹੀ ਛੱਡ ਜਾਂਦੇ ਆ, ਚਰਨ ਗੰਗਾ ਤੱਕ ਵੀ ਨਾਲ ਨਹੀਂ ਜਾਂਦਾ। ਇੱਥੇ ਹੀ ਜਾਮਾ ਝਾੜ ਕੇ ਤੁਰ ਪੈਨੇ ਵੀ ਚਲੋ ਹੁਣ ਹੋ ਗਈ ਕਥਾ, ਹੁਣ ਚੱਲੀਏ ਘਰ। ਨਹੀਂ, ਸੁਨ ਉਪਦੇਸ਼ ਹਿਰਦੈ ਬਸਾਵਹੁ, ਮਨ ਇੱਛੇ ਨਾਨਕ ਫਲ ਪਾਵਹੁ। ਅਗਲਾ ਪ੍ਰਸੰਗ ਜੋ ਮਹਾਰਾਜ ਅੱਗੇ ਕੌਤਕ ਵਰਤਾਉਂਦੇ ਆ, ਉਹ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਜਿਮ ਸ੍ਰੀ ਨਾਨਕ ਸੇਵਤ ਰਹੇ। ਗੁਰ ਅੰਗਦ ਬਡ ਰੁਜ ਦੁਖ ਸਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।